ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸ਼ਬਦ ਹੈ ਕਿ ਜਿਸ ਮਨੁੱਖ ਨੇ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਿਮਰਨ ਕੀਤਾ, ਉਸ ਇਨਸਾਨ ਨੇ ਸੰਸਾਰ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਉਹਨਾਂ ਗੁਣਾਂ ਨੂੰ ਹੋਰਨਾਂ ਮਨੁੱਖਾਂ ਤੱਕ ਪਹੁੰਚਾਇਆ ਤੇ ਕਹਿੰਦੇ ਉਹਨਾਂ ਇਨਸਾਨਾਂ ਨੂੰ, ਉਸ ਮਨੁੱਖ ਨੂੰ ਬ੍ਰਹਮ ਗਿਆਨੀ ਕਿਹਾ ਗਿਆ। ਉਸ ਇਨਸਾਨ ਨੂੰ ਸੰਤ ਆਖ ਦਿੱਤਾ ਜਾਂਦਾ ਹੈ, ਉਸ ਇਨਸਾਨ ਨੂੰ ਦੇਵਤਾ ਆਖ ਦਿੱਤਾ ਜਾਂਦਾ ਹੈ, ਜਿਹੜਾ ਸੰਸਾਰ ਦੇ ਬਾਕੀ ਜੀਵਾਂ ਨੂੰ ਵੀ ਆਪਣੇ ਨਾਲ ਲੈ ਕੇ ਇਸ ਭਵਜਲ ਸੰਸਾਰ ਤੋਂ ਪਾਰ ਉਤਰਨ ਦਾ ਤਰੀਕਾ ਦੱਸਦਾ ਹੈ। ਪਰ ਜਿਸਨੇ ਵੀ ਅਕਾਲ ਪੁਰਖ ਪ੍ਰਮਾਤਮਾ ਜੀ ਨੂੰ ਪ੍ਰਾਪਤ ਕੀਤਾ, ਉਸ ਇਨਸਾਨ ਨੇ ਸੰਸਾਰ ਦਾ ਭਲਾ ਮੰਗਿਆ। ਉਸ ਇਨਸਾਨ ਨੇ ਸਾਰੇ ਸੰਸਾਰ ਦੇ ਵਾਸਤੇ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਅੱਗੇ ਅਰਦਾਸ ਕੀਤੀ ਤੇ ਉਹਨਾਂ ਨੇ ਫਿਰ ਜਦੋਂ ਅਰਦਾਸ ਕੀਤੀ, ਉਸ ਅਰਦਾਸ ਦੇ ਵਿੱਚ ਜਿਹੜੇ ਸ਼ਬਦ ਉਹਨਾਂ ਨੇ ਉਚਾਰਨ ਕੀਤੇ ਉਹ ਇਹ ਸਨ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਸੋ ਜਗਤ ਦੇ ਵਿੱਚ ਹੁਣ ਇੱਕ ਤਰ੍ਹਾਂ ਦਾ ਮਨੁੱਖ ਨਹੀਂ ਹੈ, ਹਰੇਕ ਪ੍ਰਕਾਰ ਦਾ ਮਨੁੱਖ ਹੈ। ਦਵੈਸ਼ ਭਾਵਨਾ, ਨਿੰਦਿਆ ਕਰਨ ਵਾਲਾ, ਬੁਰਾਈਆਂ ਕਰਨ ਵਾਲਾ, ਚੰਗਿਆਈਆਂ ਕਰਨ ਵਾਲਾ, ਔਗਣ ਕਰਨ ਵਾਲਾ, ਗੁਣ ਕਰਨ ਵਾਲਾ, ਹਰੇਕ ਪ੍ਰਕਾਰ ਦਾ ਮਨੁੱਖ ਸੰਸਾਰ ਦੇ ਵਿੱਚ ਹੈ। ਪਰ ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ, ਉਹਨਾਂ ਨੇ ਉਹਨਾਂ ਨੂੰ ਨਹੀਂ ਧਿਆਨ 'ਚ ਰੱਖਿਆ, ਉਹਨਾਂ ਨੇ ਉਹਨਾਂ ਨੂੰ ਧਿਆਨ 'ਚ ਰੱਖਿਆ ਕਿ ਜਿਹੜੇ ਗੁਣ ਕਰਦੇ ਨੇ, ਹੇ ਵਾਹਿਗੁਰੂ, ਉਹਨਾਂ ਗੁਣਾਂ ਵਾਲਿਆਂ ਦਾ ਮਿਹਰ ਕਰਕੇ, ਉਹਨਾਂ ਗੁਣਾਂ ਵਾਲਿਆਂ ਦਾ ਕਿਰਪਾ ਕਰਕੇ ਸੰਸਾਰ ਦੇ ਵਿੱਚ ਭਲਾ ਕਰੋ, ਤਾਂ ਕਿ ਉਹ ਔਗਣਹਾਰਿਆਂ ਨੂੰ ਵੀ ਗੁਣ ਦੇ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਸਕਣ ਦੀ ਸਮਰੱਥਾ ਰੱਖ ਲੈਣ। ਅਰਦਾਸ ਕਰ ਦਿੱਤੀ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਓ ਉਬਾਰ। ਕਹਿੰਦੇ ਜਿਵੇਂ ਵੀ ਇਹਨਾਂ ਦਾ ਪਾਰ ਉਤਾਰਾ ਕੀਤਾ ਜਾਂਦਾ ਹੈ ਨਾ, ਜਿਵੇਂ ਵੀ ਇਹਨਾਂ ਦਾ ਭਲਾ ਹੋ ਸਕਦਾ ਹੈ, ਵਾਹਿਗੁਰੂ ਕਰ ਦੇਣਾ। ਕਿਉਂਕਿ ਹੋਰ ਕੋਈ ਸੋਚ ਨਹੀਂ ਰਿਹਾ, ਹੋਰ ਕੋਈ ਅਜਿਹਾ ਹੈ ਨਹੀਂ ਜਿਹੜਾ ਸਾਰੇ ਸੰਸਾਰ ਦਾ ਇੱਕ ਵਾਰ ਭਲਾ ਕਰ ਸਕਦਾ ਹੋਵੇ, ਜਿਹੜਾ ਸਾਰੇ ਸੰਸਾਰ ਦੇ ਵਿੱਚ ਇੱਕ ਵਾਰ ਸਾਰੇ ਮਨੁੱਖਾਂ ਦਾ ਭਲਾ ਕਰ ਸਕਦਾ। ਇਸ ਕਰਕੇ ਵਾਹਿਗੁਰੂ ਦੇ ਅੱਗੇ ਉਹਨਾਂ ਨੂੰ ਅਰਦਾਸ ਕੀਤੀ, ਉਹਨਾਂ ਨੂੰ ਬ੍ਰਹਮ ਗਿਆਨੀ ਆਖਿਆ ਗਿਆ, ਉਹਨਾਂ ਨੂੰ ਸੰਤ ਆਖਿਆ ਗਿਆ, ਉਹਨਾਂ ਨੂੰ ਮਹਾਂਪੁਰਸ਼ ਆਖਿਆ ਗਿਆ। ਤੇ ਕਹਿੰਦੇ ਨੇ ਉਹਨਾਂ ਹੀ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਪੜ੍ਹ ਕੇ ਅੱਜ ਉਹਨਾਂ ਨੂੰ ਆਪਾਂ ਗੁਰੂ ਆਖਦੇ ਹਾਂ, ਵਾਹਿਗੁਰੂ ਆਖਦੇ ਹਾਂ। ਅਕਾਲ ਪੁਰਖ ਪ੍ਰਮਾਤਮਾ ਜੀ ਦਾ ਧਿਆਨ ਧਰ ਕੇ ਉਹਨਾਂ ਦੇ ਰਾਹੀਂ ਹੀ ਫਿਰ ਸਾਰੇ ਸੰਸਾਰ ਦੇ ਜੀਵ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਨੇ। ਜਿਵੇਂ ਗੁਰਬਾਣੀ ਕਹਿੰਦੀ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ। ਜੋ ਗੁਰਬਾਣੀ ਕਹਿੰਦੀ ਸੇਵਕ ਜਨ ਉਸ ਗੱਲ ਨੂੰ ਮੰਨੇ, ਪ੍ਰਤੱਖ ਗੁਰੂ ਨਿਸਤਾਰੇ। ਕਹਿੰਦੇ ਉਸ ਦਾ ਭਲਾ ਸੰਸਾਰ ਪ੍ਰਤੱਖ ਹੈ, ਸੰਸਾਰ ਦੇ ਵਿੱਚ ਉਸ ਦਾ ਭਲਾ ਹੋਣਾ ਹੀ ਹੋਣਾ ਹੈ ਜਿਹਨੇ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਿਮਰਨ ਕੀਤਾ। ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵੀ ਸੰਸਾਰ ਦਾ ਭਲਾ ਹੋਣਾ ਹੀ ਹੋਣਾ ਹੈ, ਉਸ ਬੰਦੇ ਦਾ ਭਲਾ ਹੋਣਾ ਹੀ ਹੋਣਾ ਹੈ, ਤੇ ਸਾਡੀ ਮਨੁੱਖੀ ਬਿਰਤੀ ਹੈ ਵੀ ਅਸੀਂ ਕਹਿ ਦਿੰਨੇ ਵੀ ਜਿਹੜਾ ਰੱਬ ਦਾ ਨਾਮ ਜਪਦਾ ਉਹਨੂੰ ਮੌਤ ਨਹੀਂ ਵਿਆਪਦੀ।
ਤਾਂ ਸਰੀਰ ਹੈ, ਸਰੀਰ ਦੇ ਸਵਾਸ ਨੇ, ਇਹਦੀ ਮਨਿਆਦ ਹੈ, ਇਹਦਾ ਕੋਈ ਸਮਾਂ ਹੈ, ਕਿਉਂਕਿ ਇਹ ਕਾਲ ਦੇ ਅਧੀਨ ਹੈ। ਜੇ ਮਨੁੱਖ ਆਖੇ ਕਿ ਬਾਣੀ ਪੜ੍ਹਨ ਵਾਲੇ ਨੂੰ ਕਦੇ ਮੌਤ ਵਿਆਪਦੀ ਨਹੀਂ ਹੈ, ਫਿਰ ਅਸੀਂ ਗੁਰਬਾਣੀ ਤੋਂ ਥੋੜਾ ਜਿਹਾ ਵੱਖਰੇ ਹੋ ਜਾਵਾਂਗੇ, ਗੁਰੂ ਦੀ ਗੱਲ ਤੋਂ ਥੋੜਾ ਵੱਖਰੇ ਹੋ ਜਾਵਾਂਗੇ। ਕਿਉਂਕਿ ਜਦੋਂ ਸਾਨੂੰ ਗੁਰਬਾਣੀ ਨੇ ਕਹਿ ਦਿੱਤਾ ਨਾ ਕਿ ਪ੍ਰਤੱਖ ਗੁਰੂ ਨਿਸਤਾਰੇ, ਜਿਹੜਾ ਬਾਣੀ ਨੂੰ ਪੜ੍ਹਦਾ ਹੈ ਉਹਦਾ ਸੰਸਾਰ ਦੇ ਵਿੱਚ ਭਲਾ ਹੋ ਜਾਂਦਾ ਹੈ। ਔਰ ਜਦੋਂ ਕੋਈ ਅਨਹੋਣੀ ਵਾਪਰਦੀ ਹੈ, ਅਸੀਂ ਕਹਿ ਦਿੰਦੇ ਹਾਂ ਕਿ ਸ਼ਾਇਦ ਇਹ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਕਰੋਪੀ ਹੈ। ਮੌਤ ਕਰੋਪੀ ਨਹੀਂ ਹੈ, ਮੌਤ ਨਿਸ਼ਚਿੰਤ ਹੈ। ਨਿਸ਼ਚਿਤ ਹੈ ਕਿ ਮੌਤ ਜਿਹੜੀ ਹੈ ਉਹ ਸਮਾਂ ਪਾ ਕੇ ਉਹ ਸਾਰੇ ਜੀਵਾਂ ਦੇ ਉੱਪਰ ਆਉਣੀ ਹੈ। ਕਿਸੇ ਨੂੰ ਪਹਿਲਾਂ ਆ ਜਾਣੀ ਹੈ, ਕਿਸੇ ਨੂੰ ਮੁਨਿਆਦ ਪੁੱਜ ਕੇ, ਸਰੀਰ ਦੀ ਔਧ ਪੁੱਜ ਕੇ ਆ ਜਾਣੀ ਹੈ। ਕੋਈ ਸੰਸਾਰ ਦੇ ਵਿੱਚ ਆ ਹੀ ਨਹੀਂ ਪਾਉਂਦਾ, ਕੋਈ ਸੰਸਾਰ ਦੇ ਵਿੱਚ ਕੁਝ ਘੰਟੇ ਜੀਵਿਤ ਰਹਿੰਦਾ ਹੈ, ਉਹ ਚਲਾ ਜਾਂਦਾ ਹੈ। ਇਸ ਨੂੰ ਨਹੀਂ ਆਖਿਆ ਜਾ ਸਕਦਾ ਕਿ ਪ੍ਰਮਾਤਮਾ ਜੀ ਦੀ ਕਰੋਪੀ ਹੈ। ਪ੍ਰਮਾਤਮਾ ਜੀ ਦੀ ਕਰੋਪੀ ਕਿਸ ਨੂੰ ਆਖਿਆ ਜਾਂਦਾ ਹੈ ਕਿ ਜਦੋਂ ਪ੍ਰਮਾਤਮਾ ਦਾ ਮਨੁੱਖ ਸਾਰੀਆਂ ਦਾਤਾਂ ਲੈ ਕੇ ਤੇ ਪ੍ਰਮਾਤਮਾ ਨੂੰ ਵਿਸਾਰ ਦੇਵੇ, ਸਭ ਕੁਝ ਲੈ ਕੇ ਪ੍ਰਮਾਤਮਾ ਤੋਂ ਤੇ ਫਿਰ ਪ੍ਰਮਾਤਮਾ ਨੂੰ ਭੁੱਲ ਜਾਵੇ, ਉਸ ਨੂੰ ਆਖਿਆ ਜਾ ਸਕਦਾ ਹੈ ਕਿ ਇਹਦੇ ਉੱਪਰ ਵਾਹਿਗੁਰੂ ਦੀ ਕੋਈ ਕਿਰਪਾ ਨਹੀਂ ਹੈ, ਵਾਹਿਗੁਰੂ ਦਾ ਧਿਆਨ ਨਹੀਂ ਹੈ। ਕਿਉਂਕਿ ਇਸ ਬੰਦੇ ਦੇ ਉੱਪਰ ਜੇ ਗੁਰੂ ਦੀ ਕਿਰਪਾ ਹੁੰਦੀ, ਇਹ ਵਾਹਿਗੁਰੂ ਦੇ ਨਾਲੋਂ ਕਦੇ ਵਿਛੜਦਾ ਨਾ। ਕਿਉਂਕਿ ਜੇ ਕਿਰਪਾ ਤਾਂ ਦ੍ਰਿਸ਼ਟੀ ਹੈ ਜੋਤ ਸਾਰਿਆਂ ਅੰਦਰ ਵਾਹਿਗੁਰੂ ਦੀ, ਪਰ ਅਸਲ ਦੇ ਵਿੱਚ ਜੋ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਇਸ ਬੰਦੇ ਦੀ ਬਿਰਤੀ ਦੇਖੋ, ਜਿਹੜਾ ਪ੍ਰਮਾਤਮਾ ਅਦ੍ਰਿਸ਼ਟ ਹੈ, ਜਿਹੜਾ ਦਿਸ ਹੀ ਨਹੀਂ ਰਿਹਾ, ਕਿ ਜਿਹਦੀ ਸਮਾਂ, ਜਿਹਦਾ ਉਹ ਆਪਣੇ ਸਮੇਂ ਦੀਆਂ ਸੂਈਆਂ ਜਦੋਂ ਘੁਮਾਉਂਦਾ ਫਿਰ ਬੰਦਾ ਉਹਨੂੰ ਚੇਤੇ ਕਰਦਾ, ਵੈਸੇ ਉਹਨੂੰ ਚੇਤੇ ਨਹੀਂ ਕਰਦਾ। ਸਮੇਂ ਦੀਆਂ ਸੂਈਆਂ ਤੋਂ ਭਾਵ ਸਮਾਂ ਉਹਦੇ ਅਧੀਨ ਹੈ, ਰੱਬ ਦੇ ਅਧੀਨ ਹੈ। ਤੇ ਜਦੋਂ ਉਹ ਸਮਾਂ ਬਦਲਦਾ ਹੈ ਤੇ ਸਮੇਂ ਬਦਲਣ ਦੇ ਵਿੱਚ ਕਈ ਮਨੁੱਖ ਪਰਮਾਤਮਾ ਦੇ ਨਾਲੋਂ ਜਿਹੜੇ ਟੁੱਟੇ ਹੁੰਦੇ ਨੇ ਉਹ ਜੁੜ ਜਾਂਦੇ ਨੇ, ਤੇ ਕਈ ਇਹੋ ਜਿਹੇ ਨੇ ਜਿਹੜੇ ਜੁੜੇ ਹੁੰਦੇ ਨੇ, ਭਾਵੇਂ ਕੋਈ ਵੀ ਕਾਰਨ ਹੋਵੇ, ਉਹ ਕਈ ਵਾਰੀ ਟੁੱਟ ਜਾਂਦੇ ਨੇ ਤੇ ਇੰਨੀ ਦੂਰ ਵਾਹਿਗੁਰੂ ਤੋਂ ਚਲੇ ਜਾਂਦੇ ਨੇ, ਵਾਹਿਗੁਰੂ ਦੇ ਨਾਲ ਸਵਾਲ ਕਰਕੇ ਜੇ ਵਾਹਿਗੁਰੂ ਹੈ ਤੇ ਕਿੱਥੇ ਹੈ, ਜੇ ਵਾਹਿਗੁਰੂ ਹੈ ਤੇ ਮੇਰਾ ਭਲਾ ਕਿਉਂ ਨਹੀਂ ਕਰਦਾ, ਜੇ ਵਾਹਿਗੁਰੂ ਹੈ ਅੱਜ ਮੈਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਨੇ, ਮੈਨੂੰ ਬਚਾਉਂਦਾ ਕਿਉਂ ਨਹੀਂ ਹੈ, ਜੇ ਵਾਹਿਗੁਰੂ ਹੈ ਤੇ ਅੱਜ ਮੇਰੇ ਕੋਲ ਇੰਨੀ ਮੁਸੀਬਤ ਹੈ, ਇਹ ਖਤਮ ਕਿਉਂ ਨਹੀਂ ਹੁੰਦੀ। ਉਹ ਵਾਹਿਗੁਰੂ ਤੋਂ ਦੂਰ ਹੁੰਦਾ ਤੁਰਿਆ ਜਾਂਦਾ ਹੈ। ਤੇ ਇੱਕ ਉਹ ਆਇਆ ਤਾਂ ਰੱਬ ਜੀ ਨੂੰ ਕੁਝ ਉਲਾਮੇ ਦੇਣ ਸੀ, ਪਰ ਉਹਨੂੰ ਹੀ ਆਣ ਕੇ ਜਦੋਂ ਇਹ ਵੇਖਿਆ, ਜਦੋਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਨੂੰ ਉਸਨੇ ਪੜ੍ਹਿਆ ਤੇ ਉਸ ਨੂੰ ਪਤਾ ਲੱਗਾ ਵੀ ਮਿੱਠਾ ਕਰਕੇ ਖਾਇਆ ਬਹੁਤ ਸਾਧੋਂ ਵਧਿਆ ਰੋਗ, ਵੀ ਬਹੁਤੇ ਸਵਾਦਾਂ ਤੋਂ ਇਹ ਰੋਗ ਵਧਿਆ ਹੈ, ਬਹੁਤਲੇ ਸਵਾਦਾਂ ਤੋਂ ਇਹ ਜਿਹੜਾ ਰੋਗ ਤੈਨੂੰ ਅੰਦਰ ਵੱਧ ਗਿਆ ਨਾ, ਇਹ ਤੇਰੇ ਕਰਮਾਂ ਕਰਕੇ ਹੈ। ਕਰਮਾ ਸੰਧੜਾ ਖੇਤ ਜੈਸਾ ਬੀਜੇ ਸੋ ਲੁਣੇ, ਕਰਮਾ ਸੰਧੜਾ ਖੇਤ, ਤੂੰ ਬੀਜਿਆ ਹੀ ਇਹੋ ਜਿਹਾ ਸੀ, ਤੈਨੂੰ ਵੱਢਣਾ ਪੈ ਗਿਆ। ਸੋ ਆਇਆ ਤਾਂ ਰੱਬ ਦੇ ਨਾਲ ਉਹ ਉਲਾਂਭੇ ਲੜਨ ਵਾਸਤੇ ਸੀ, ਪਰ ਜਦੋਂ ਗੁਰੂ ਸਾਹਿਬ ਜੀ ਨੇ ਉਹਨੂੰ ਗੱਲ ਸਮਝਾ ਦਿੱਤੀ, ਇਹ ਜਿਹੜੇ ਦੁੱਖ, ਇਹ ਜਿਹੜੇ ਰੋਗ ਤੈਨੂੰ ਸਰੀਰ ਨੂੰ, ਦੇਹੀ ਨੂੰ ਲੱਗੇ ਆ, ਹੋ ਸਕਦਾ ਹੈ ਵੀ ਕਿਤੇ ਨਾ ਕਿਤੇ ਤੇਰੀ ਜੀਭ ਦਾ ਚਸਕਾ ਹੋਣਗੇ, ਕਿਧਰੇ ਨਾ ਕਿਧਰੇ ਤੇਰੇ ਸਰੀਰ ਦਾ ਰਸ ਹੋਏਗਾ, ਕਿਧਰੇ ਨਾ ਕਿਧਰੇ ਤੇਰੀ ਇਹ ਸਰੀਰ ਦੀ ਸਪਰਸ਼ਤਾ ਹੋਏਗੀ, ਜਿਸ ਕਰਕੇ ਇਹ ਤੈਨੂੰ ਰੋਗ ਲੱਗੇ ਨੇ। ਸੋ ਉਹਨੇ ਮੰਨ ਲਿਆ, ਉਹ ਤਾਂ ਹੱਥ ਜੋੜ ਕੇ ਬੈਠ ਗਿਆ ਤੇ ਗਲਤੀਆਂ ਦੀ ਮਾਫੀ ਮੰਗਣ ਲੱਗ ਪਿਆ। ਔਰ ਇੱਕ ਉਹ ਸੀ ਜਿਹੜਾ ਜਪ ਰਿਹਾ ਸੀ, ਵਿਖਾਵੇ ਦੇ ਤੌਰ ਤੇ ਸਾਨੂੰ ਦਿਸ ਰਿਹਾ ਸੀ ਵੀ ਜਪ ਰਿਹਾ ਸੀ, ਪਰ ਕਹਿੰਦੇ ਨੇ ਅਸਲ ਦੇ ਵਿੱਚ ਉਹਦਾ ਅੰਤਰ ਆਤਮਾ ਇਹ ਕਹਿ ਰਿਹਾ ਸੀ, ਇੰਨਾ ਸਮਾਂ ਹੋ ਗਿਆ ਪਾਠ ਕਰਦਿਆਂ ਨੂੰ, ਇੰਨਾ ਸਮਾਂ ਹੋ ਗਿਆ ਏ ਬਾਣੀ ਪੜ੍ਹਦਿਆਂ ਨੂੰ, ਅੱਜ ਤੱਕ ਮੈਨੂੰ ਉਹ ਅਕਾਲ ਪੁਰਖ ਪਰਮਾਤਮਾ ਦਾ ਦਰਸ਼ਨ ਨਹੀਂ ਹੋਇਆ, ਜਾਂ ਅੱਜ ਤੱਕ ਮੇਰੇ ਉੱਤੇ ਪਰਮਾਤਮਾ ਜੀ ਦੀ ਕੋਈ ਕਿਰਪਾ ਦ੍ਰਿਸ਼ਟੀ ਨਹੀਂ ਹੋਈ, ਸਰੀਰ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ, ਮੈਂ ਤਾਂ ਰੋਗੀ ਹੋ ਗਿਆ, ਮੇਰੇ ਰੋਗ ਕਿਉਂ ਨਹੀਂ ਖੰਡਨ ਹੋ ਰਹੇ, ਮੇਰਾ ਸਰੀਰ ਤਾਂ ਰੋਗਾਂ ਦੇ ਨਾਲ ਭਰ ਗਿਆ, ਮੇਰੇ ਰੋਗ ਦੇ ਅੰਦਰ ਦੇ ਰੋਗ ਕਿਉਂ ਨਹੀਂ ਜਾ ਰਹੇ। ਪਰ ਜਿਹੜਾ ਬਾਣੀ ਪੜ੍ਹ ਰਿਹਾ ਸੀ ਤਾਂ ਉਹਨੂੰ ਇਹ ਭੁੱਲ ਗਿਆ ਕਿ ਇਹ ਤੇਰੇ ਕਰਮਾਂ ਦੇ ਬੀਜੇ ਹੋਏ ਫਲ ਨੇ, ਇਹ ਤੇਰੇ ਕਰਮਾਂ ਦੇ ਬੀਜੇ ਹੋਏ ਫਲ ਨੇ ਜਿਹੜੇ ਤੂੰ ਬੀਜ ਬੈਠਾ ਹੈ। ਔਰ ਜਦੋਂ ਵੱਢਣ ਦਾ ਸਮਾਂ ਆਇਆ, ਬੀਜਣ ਲੱਗਿਆ ਕੋਈ ਤਕਲੀਫ ਨਾ ਹੋਈ, ਪਰ ਜਦੋਂ ਵੱਢਣ ਦਾ ਸਮਾਂ ਆਇਆ ਨਾ, ਫਿਰ ਕਹਿੰਦੇ ਨੇ ਉਸ ਦੇ ਵਿੱਚੋਂ ਕੰਡੇ ਚੁਭੇ, ਉਸ ਦੇ ਵਿੱਚੋਂ ਕੁਝ ਤਕਲੀਫ ਹੋਈ, ਉਸ ਦੇ ਵਿੱਚੋਂ ਕੁਝ ਸੂਈਆਂ ਚੁਭੀਆਂ।
ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਲੋੜੇ ਦਾ ਬਦੂਰੀਆਂ ਕਿੱਕਰ ਬਜੌਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕਹਿੰਦੇ ਨੇ ਬੀਜਿਆ ਤੇ ਕਿੱਕਰ, ਸੋ ਜਦੋਂ ਕਿੱਕਰ ਬੀਜਣ ਲੱਗਿਆ, ਬੀਜ ਸੀਗਾ, ਬੀਜ ਨੂੰ ਥੋੜਾ ਕੰਡੇ ਹੁੰਦੇ ਨੇ, ਉਸ ਦੀ ਵਿੱਚੋਂ, ਉਸ ਬੀਜ ਦੇ ਵਿੱਚੋਂ ਜਿਹੜੀ ਪਦੈਸ਼ ਹੈ, ਉਹ ਜਦੋਂ ਉਹ ਪਦੈਸ਼ ਵੱਡੀ ਹੋ ਜਾਂਦੀ ਹੈ, ਉਸ ਪਦੈਸ਼ ਦੇ ਵਿੱਚੋਂ ਉਹ ਕਾਰਨ ਦੇ ਵਿੱਚੋਂ ਜਿਹੜੇ ਕੰਡੇ ਉਪਜਦੇ ਨੇ, ਉਹ ਕਾਰਨ ਬਣਦੇ ਨੇ ਸੰਨ ਚੁਬਣ ਦਾ। ਫਿਰ ਅਸੀਂ ਪਛਤਾਉਂਦੇ ਹਾਂ ਵੀ ਇਹ ਬੀਜ ਬੀਜਣ ਲੱਗਿਆ ਤਾਂ ਬੜਾ ਆਨੰਦ ਆਇਆ ਸੀ, ਬੀਜ ਬੀਜਣ ਲੱਗਿਆ ਕੋਈ ਤਕਲੀਫ ਨਹੀਂ, ਪਰ ਹੁਣ ਜੇ ਇਹ ਫੁੱਟਿਆ, ਇਹਨੂੰ ਵੱਢਣ ਦਾ ਜਦੋਂ ਸਮਾਂ ਆ ਗਿਆ, ਇਹਦੇ ਵਿੱਚੋਂ ਕੰਡੇ ਚੁਗਣ ਲੱਗ ਪਏ ਨੇ, ਇਹਦੇ ਵਿੱਚੋਂ ਦੁੱਖ ਹੋਣ ਲੱਗ ਪਿਆ। ਮਹਾਰਾਜ ਕਹਿੰਦੇ ਨੇ ਇਹੀ ਤਾਂ ਹਾਲ ਬੰਦੇ ਦਾ ਬਣ ਗਿਆ ਨਾ। ਇਹ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਅੰਦਰ ਹਉਮੈ ਦਾ ਕੰਡਾ ਵੱਜ ਗਿਆ। ਸਾਕਤ ਬੰਦੇ ਨੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਦਾ ਸਵਾਦ ਨਾ ਜਾਣਿਆ। ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੇ ਚੁਬੈ ਦੁੱਖ ਪਾਵੇ। ਕਹਿੰਦੇ ਜਿਵੇਂ ਜਿਵੇਂ ਇਹ ਚੱਲਿਆ, ਜਿਵੇਂ ਜਿਵੇਂ ਇਹ ਤੁਰਿਆ, ਉਹ ਕੰਡਾ ਇਹਨੂੰ ਚੁਭਿਆ ਤੇ ਦੁਖੀ ਹੋਇਆ। ਜਮ ਕਾਲ ਸਹੇ ਸਿਰ ਡੰਡਾ ਹੈ, ਜਮਾਂ ਦੀ ਮਾਰ ਇਹਦੇ ਸਿਰ ਦੇ ਉੱਪਰ ਪਈ। ਤੇ ਸਤਿਗੁਰੂ ਜੀ ਕਹਿੰਦੇ ਨੇ ਅੱਜ ਦੀ ਜਿਹੜੀ ਬਾਣੀ ਹੈ, ਜਿਹੜੀ ਆਪਾਂ ਅੱਜ ਦੀ ਅਸ਼ਟਪਦੀ ਦੀ ਵਿਚਾਰ ਕਰਨੀ ਹੈ, ਚੌਥੀ ਅਸ਼ਟਪਦੀ ਦਾ ਇਹ ਚੌਥਾ ਪਦ ਹੈ 267 ਅੰਗ ਤੇ। ਸਤਿਗੁਰੂ ਜੀ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ। ਰਤਨ ਜਿਹੜਾ ਸੀ, ਕੀਮਤੀ ਰਤਨ ਅਕਾਲ ਪੁਰਖ ਪਰਮਾਤਮਾ ਜੀ ਦਾ ਜਿਹੜਾ ਨਾਮ, ਉਹ ਛੱਡ ਦਿੱਤਾ ਤੇ ਕਹਿੰਦੇ ਕੌਡੀਆਂ ਨੂੰ ਵਿਹਾਜਣ ਲੱਗ ਪਿਆ। ਕੌਡੀਆਂ ਨੂੰ ਵਿਹਾਜਣ ਲੱਗ ਪਿਆ, ਜਿਹੜੀਆਂ ਨਾਲ ਨਹੀਂ ਜਾਣੀਆਂ ਉਹਨਾਂ ਚੀਜ਼ਾਂ ਨੂੰ ਇਕੱਠੀਆਂ ਕਰ ਲੱਗ ਪਿਆ, ਤੇ ਜਿਹੜਾ ਰਤਨ ਕੀਮਤੀ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ, ਉਹਨੂੰ ਵਿਸਾਰ ਦਿੱਤਾ। ਮਾਰੇ ਕਹਿੰਦੇ ਨੇ ਇਹ ਕੌਡੀ ਵੇਖ, ਤੇਰੇ ਸਿਰ ਦੇ ਉੱਪਰ ਬਹੁਤਾ ਜੇ ਕਰਜ਼ਾ ਚੜਿਆ ਤੇ ਕੌਡੀਆਂ ਦੇ ਨਾਲ ਕਰਜ਼ਾ ਨਹੀਂ ਉਤਰਦਾ। ਕਿਉਂ ਨਾ ਇੱਕੇ ਵਾਰ ਤੈਨੂੰ ਰਤਨ ਮਿਲ ਜੇ ਤੇ ਤੇਰਾ ਸਾਰਾ ਕਰਜ਼ਾ ਉਤਰ ਜਾਣਾ ਹੈ। ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਉਤਰੇ, ਗੁਰੂ ਨਾਮ ਦਿਓ ਰਿਨ ਲਾਥਾ। ਰਿਨ ਦਾ ਅਰਥ ਹੁੰਦਾ ਹੈ ਕਰਜ਼ਾ। ਜਨਮਾਂ ਜਨਮਾਤਰਾਂ ਦੇ ਕਿਲ ਬਿਖ ਮੈਲਾਂ ਉਤਰ ਗਈਆਂ, ਤੇ ਜਿਹੜੇ ਸਿਰ ਦੇ ਉੱਪਰ ਕਰਜ਼ਾ ਚੜਿਆ ਸੀ ਵਿਕਾਰਾਂ ਦਾ, ਉਹ ਵਿਕਾਰਾਂ ਦਾ ਕਰਜ਼ਾ ਉਤਰ ਗਿਆ। ਉਹ ਵਿਕਾਰਾਂ ਦਾ ਕਰਜ਼ਾ ਉਤਰ ਗਿਆ। ਪਰ ਮਾਰੀ ਕਹਿੰਦੇ ਉਤਰੇ ਕਿਵੇਂ? ਕਾਚਾ ਤਨ ਸੰਚੇ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ। ਇਹ ਜ਼ਹਿਰ ਵਾਲੇ ਧਨ ਨੂੰ ਇਕੱਠਾ ਕਰਦਾ ਰਿਹਾ ਤੇ ਸਦਾ ਹੀ ਦੁਖੀ ਰਿਹਾ। ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਤੇ ਕਹਿੰਦੇ ਨਾ ਤਾਂ ਉਹਨੇ ਸਾਥ ਜਾਣਾ ਤੇ ਨਾ ਹੀ ਬੰਦੇ ਨੂੰ ਪ੍ਰਾਪਤ ਹੋ ਸਕੀ। ਸਾਥ ਤੇ ਪ੍ਰਾਪਤ ਦੇ ਵਿੱਚ ਦੋਵਾਂ ਦੇ ਵਿੱਚ ਫਰਕ ਹੈ। ਸਾਥ ਦੇ ਵਿੱਚ ਤੇ ਪ੍ਰਾਪਤ ਦੇ ਵਿੱਚ ਕੀ ਫਰਕ ਹੋ ਸਕਦਾ ਹੈ? ਸਾਥ ਦਾ ਅਰਥ ਹੁੰਦਾ ਹੈ ਜਿਹੜਾ ਇੱਥੇ ਵੀ ਨਿਭੇ ਤੇ ਪ੍ਰਲੋਕ ਦੇ ਵਿੱਚ ਵੀ ਨਿਭੇ, ਤੇ ਪ੍ਰਾਪਤ ਦਾ ਅਰਥ ਹੁੰਦਾ ਹੈ ਕਿ ਜਦੋਂ ਬੰਦੇ ਨੇ ਇਕੱਠਾ ਕਰ ਲਿਆ, ਇਕੱਠਾ ਕਰਨ ਤੋਂ ਬਾਅਦ ਇਹਦੇ ਮੁਖ ਤੋਂ ਇਹ ਨਹੀਂ ਨਿਕਲਿਆ ਵੀ ਰੱਬ ਜੀ ਨੇ ਧੰਨਵਾਦ ਰੱਬ ਜੀ ਦਾ ਇੰਨਾ ਧਨ ਮੇਰੇ ਕੋਲ ਆਇਆ। ਕਹਿੰਦੇ ਨਹੀਂ, ਹੋਰ ਜੁੜਨ ਲੱਗ ਪਿਆ। ਇਹਨੂੰ ਇਉਂ ਲੱਗਾ ਵੀ ਇਹ ਵੀ ਅਜੇ ਥੋੜਾ, ਮੈਂ ਹੋਰ ਇਕੱਠਾ ਕਰ ਲਾਂ, ਨਾ ਪ੍ਰਾਪਤ ਹੋਏ। ਸੋ ਕਹਿੰਦੇ ਉਹ ਇਕੱਠਾ ਕਰਦਿਆਂ ਕਰਦਿਆਂ ਹੋਰ ਦੀ ਬਿਰਤੀ ਨੂੰ ਲੈ ਕੇ ਤੁਰਦਾ ਰਿਹਾ, ਤੇ ਆਪਣੇ ਸਵਾਸਾਂ ਦੀ ਗਿਣਤੀ, ਇਹਨੇ ਉਮਰ ਦੀ ਗਿਣਤੀ, ਜਿਹੜੀ ਉਮਰ ਸੀਗੀ, ਜਿਹੜੇ ਸਾਲ ਸੀਗੇ ਉਮਰ ਦੇ, ਉਹਨਾਂ ਵੱਲ ਧਿਆਨ ਹੀ ਨਾ ਦਿੱਤਾ। ਪੈਸੇ ਦਾ ਜੋੜ ਲਾਉਂਦਾ ਗਿਆ, ਧਨ ਪਦਾਰਥਾਂ ਦਾ ਜੋੜ ਲਾਉਂਦਾ ਗਿਆ। ਲਾਉਂਦਾ ਆਪਣੀ ਉਮਰ ਦਾ ਜਿਹੜੇ ਸਵਾਸ ਸੀ, ਆਪਣੀ ਉਮਰ ਦੇ ਜਿਹੜੇ ਸਾਲ ਸੀਗੇ, ਉਹਨਾਂ ਦਾ ਜੋੜ ਨਾ ਲਾ ਸਕਿਆ। ਕਹਿੰਦੇ ਨੇ ਅਚਾਨਕ ਰੱਬ ਜੀ ਦਾ ਸਮਾਂ ਆਇਆ, ਜਿਹੜਾ ਉਮਰ ਸੀ ਔਦ ਬੀਤੀ, ਤੇ ਕਹਿੰਦੇ ਨੇ ਔਦ ਨੇ ਕੀ ਕੀਤਾ, ਝਟਕਾ ਮਾਰਿਆ, ਬੰਦਾ ਸੰਸਾਰ ਦੇ ਵਿੱਚੋਂ ਚਲਾ ਗਿਆ। ਉਹ ਜਿਹੜੀ ਪ੍ਰਾਪਤ ਕਰਨੀ ਚਾਹੁੰਦਾ ਸੀ ਨਾ, ਜਿਹਨੂੰ ਹੋਰ ਦੇ ਚੱਕਰ ਦੇ ਵਿੱਚ ਪੈਣਾ ਚਾਹੁੰਦਾ ਸੀ ਕਿ ਇਹਨੂੰ ਮੈਂ ਰੱਜ ਜਾਵਾਂ, ਜਦੋਂ ਮੈਂ ਆਖਾਂਗਾ ਹਾਂ ਹੁਣ ਮੇਰੇ ਕੋਲ ਰੱਜ ਹੈ, ਹੁਣ ਮੈਂ ਰੱਜ ਚੁੱਕਾ ਹਾਂ, ਹੁਣ ਮੈਨੂੰ ਧਨ ਦੀ ਲੋੜ ਨਹੀਂ, ਇਹਨੇ ਇਹ ਸ਼ਬਦ ਆਖੇ ਨਹੀਂ, ਪਰ ਮੌਤ ਕਹਿੰਦੇ ਆ ਗਈ, ਨਾ ਪ੍ਰਾਪਤ ਹੋਏ। ਉਹ ਧਨ ਵੀ ਪ੍ਰਾਪਤ ਨਹੀਂ ਹੋ ਸਕਿਆ। ਇਸ ਕਰਕੇ ਮਹਾਰਾਜ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੈ। ਸੱਚ ਨੂੰ ਛੱਡ ਦਿੱਤਾ ਤੇ ਝੂਠ ਦੇ ਨਾਲ ਰੰਗ ਰਲੀਆਂ ਮਨਾਉਣ ਲੱਗ ਪਿਆ। ਕਹਿੰਦੇ ਰੱਬ ਜੀ ਤਾਂ ਅਦ੍ਰਿਸ਼ਟ ਨੇ, ਉਹ ਤਾਂ ਦਿਸ ਨਹੀਂ ਰਹੇ। ਚਲੋ ਮਾਂ ਪਿਓ ਜਿਨ੍ਹਾਂ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ, ਜਿਨ੍ਹਾਂ ਨੇ
ਸਾਡੇ ਉੱਪਰ ਉਪਕਾਰ ਕੀਤੇ। ਉਪਕਾਰ ਹੀ ਹੈ ਨਾ, ਮਾਂ ਪਿਓ ਉਪਕਾਰ ਕਰਦੇ ਨੇ। ਉਹ ਤਾਂ ਭਲਾ ਹੋਵੇ ਰੱਬ ਜੀ ਦਾ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਇੱਕ ਢੰਗ ਬਣਾਇਆ ਹੋਇਆ ਮਾਂ ਪਿਓ। ਜਦੋਂ ਬਾਲ ਅਵਸਥਾ ਹੁੰਦੀ, ਸਾਨੂੰ ਕੁਛ ਪਤਾ ਨਹੀਂ, ਭਾਵੇਂ ਸਾਨੂੰ ਕੂਕਰ ਖਾ ਜਾਣ, ਭਾਵੇਂ ਕੁੱਤੇ ਖਾ ਜਾਣ, ਕਿਸ ਤਰ੍ਹਾਂ ਅਸੀਂ ਉੱਠਣਾ ਬੈਠਣਾ ਹੈ, ਸਾਨੂੰ ਕੁਛ ਪਤਾ ਨਹੀਂ ਹੁੰਦਾ। ਸਾਡੇ ਮਾਂ ਪਿਓ ਨੇ ਸਾਡਾ ਉੱਤੇ ਉਪਕਾਰ ਕੀਤਾ। ਵਾਹਿਗੁਰੂ ਦੀ ਕਿਰਪਾ ਦੇ ਨਾਲ ਪਹਿਲਾਂ ਤਾਂ ਧੰਨਵਾਦ ਇੱਥੋਂ ਹੀ ਬਣਦਾ ਹੈ ਕਿ ਰੱਬ ਜੀ ਨੇ ਸਾਨੂੰ ਇਹ ਸਾਰਾ ਕੁਛ ਦਿੱਤਾ। ਪਰ ਕਹਿੰਦੇ ਵੇਖੋ, ਜਦੋਂ ਇਹ ਵੱਡਾ ਹੋਇਆ, ਵੱਡਾ ਹੋਣ ਤੋਂ ਬਾਅਦ ਫਿਰ ਜਦੋਂ ਇਹ ਆਪ ਮਾਂ ਪਿਓ ਬਣਿਆ, ਇਹਨੂੰ ਪਤਾ ਲੱਗ ਗਿਆ ਵੀ ਬੱਚੇ ਪਾਲਣੇ ਸੰਸਾਰ ਦੇ ਵਿੱਚ, ਇਹਨਾਂ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਕਿੰਨਾ ਔਖਾ ਹੈ, ਕਿੰਨਾ ਔਖਾ ਹੈ। ਪਰ ਕਹਿੰਦੇ ਨੇ ਇਹਨੇ ਉਹ ਸਭ ਕੁਝ ਵੀ ਵਿਸਾਰ ਦਿੱਤਾ। ਕਹਿੰਦੇ ਨੇ ਜੰਮੇ ਸਾਈਂ ਵਿਸਰਿਆ, ਜੰਮਦੇ ਨੇ ਸਾਈਂ ਨੂੰ ਵਿਸਾਰ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਜੰਮੇ ਸਾਈਂ ਵਿਸਾਰਿਆ, ਵਿਵਾਹਿਆ ਮਾਂ ਪਿਓ ਵਿਸਾਰੇ। ਕਿਤੇ ਜਦੋਂ ਸੰਸਾਰ ਦੇ ਵਿੱਚ ਆਇਆ ਨਾ, ਇਹਨੇ ਪ੍ਰਮਾਤਮਾ ਜੀ ਨੂੰ ਵਿਸਾਰ ਦਿੱਤਾ। ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਇਹਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ। ਫਿਰ ਵੱਡਾ ਹੋਇਆ ਤੇ ਕਹਿੰਦੇ ਫਿਰ ਇਹਦਾ ਵਿਆਹ ਹੋ ਗਿਆ, ਜੋ ਸੰਸਾਰੀ ਰੀਤ ਹੈ। ਮਾਂ ਪਿਓ ਵਿਸਾਰ ਦਿੱਤਾ, ਫਿਰ ਵਿਵਾਹਿਆ ਮਾਂ ਪਿਓ ਵਿਸਾਰੇ। ਕਹਿੰਦੇ ਮਾਂ ਵੀ ਵਿਸਾਰ ਦਿੱਤੀ, ਪਿਓ ਵੀ ਵਿਸਾਰ ਦਿੱਤਾ। ਤੇ ਕਹਿੰਦੇ ਫਿਰ ਵੱਖ ਹੋਵੇ ਪੁੱਤ ਰੰਨ ਲੈ। ਜਦੋਂ ਵਿਆਹ ਆਇਆ ਤੇ ਆਪਣੇ ਘਰ ਵਾਲੀ ਪਰਿਵਾਰ ਦੇ ਨਾਲ ਕਹਿੰਦਾ ਵੀ ਨਹੀਂ, ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ, ਤੁਹਾਡੇ ਤੋਂ ਸਾਨੂੰ, ਸਾਡੇ ਸਰੀਰ ਨੂੰ ਜਾਂ ਸਾਨੂੰ ਬਦਬੂ ਆਉਂਦੀ, ਤੁਸੀਂ ਬਜ਼ੁਰਗ ਹੋ ਚੁੱਕੇ ਹੋ, ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕਦੇ, ਤੁਹਾਡਾ ਮਲ ਮੂਤਰ ਨਹੀਂ ਸੁੱਟ ਸਕਦੇ, ਤੁਹਾਨੂੰ ਬਾਰ-ਬਾਰ ਅਸੀਂ ਸੁਣ ਨਹੀਂ ਸਕਦੇ, ਬਾਰ-ਬਾਰ ਤੁਹਾਨੂੰ ਪਾਣੀ ਧਾਣੀ ਨਹੀਂ ਦੇ ਸਕਦੇ, ਰੋਟੀ ਨਹੀਂ ਦੇ ਸਕਦੇ। ਸੋ ਇਸ ਕਰਕੇ ਇਹਨੇ ਕੀ ਕੀਤਾ, ਕਹਿੰਦੇ ਨੇ ਵੱਖਰਾ ਹੋ ਗਿਆ ਆਪਣਾ ਪਰਿਵਾਰ ਲੈ ਕੇ। ਵੱਖ ਹੋਵੇ ਪੁੱਤ ਰੰਨ ਲੈ, ਪਿਓ ਦੇ ਉਪਕਾਰ ਵਿਸਾਰੇ। ਕਹਿੰਦੇ ਨੇ ਪਿਓ ਦੇ ਜਿਹੜੇ ਉਪਕਾਰ ਸੀ ਇਹਦੇ ਸਿਰ ਦੇ ਉੱਪਰ, ਉਹ ਸਾਰੇ ਪਿਓ ਦੇ ਉਪਕਾਰ ਵਿਸਾਰ ਦਿੱਤੇ। ਕਿ ਪਿਓ ਪਿਤਾ ਕਿਵੇਂ ਮਿਹਨਤ ਕਰਦਾ ਸੀ ਹੱਥਾਂ ਦੇ ਨਾਲ ਸਾਡੇ ਵਾਸਤੇ, ਕਿਵੇਂ ਉਹ ਭੱਜ ਦੌੜ ਕਰਦਾ ਸੀ। ਜੇ ਅਸੀਂ ਅੱਜ ਦੇ ਸਮੇਂ ਸੋਚੀਏ, ਜਦੋਂ ਅਸੀਂ ਕਹਿੰਦੇ ਹਾਂ ਨਾ ਸਾਡੇ ਉੱਤੇ ਦੁੱਖ ਬਹੁਤ ਭਾਰੇ ਆ ਗਏ ਨੇ, ਜਦੋਂ ਅਸੀਂ ਸੋਚਦੇ ਹਾਂ ਜੀ ਬੱਚਿਆਂ ਨੂੰ ਪਾਲਣਾ ਬਹੁਤ ਔਖਾ ਹੈ, ਇਹ ਨਾ ਆਖਿਆ ਕਰੋ ਬੱਚਿਆਂ ਨੂੰ ਪਾਲਣਾ ਬਹੁਤ ਔਖਾ ਹੈ। ਉਦੋਂ ਆਪਣੇ ਬਾਪੂ ਵੱਲ ਧਿਆਨ ਲੈ ਜਾਇਆ ਕਰੋ, ਆਪਣੇ ਮਾਂ ਵੱਲ ਧਿਆਨ ਲੈ ਜਾਇਆ ਕਰੋ। ਫਿਰ ਪਤਾ ਲੱਗ ਜਾਏਗਾ ਵੀ ਹਾਂਜੀ, ਜਿਵੇਂ ਉਹਨਾਂ ਨੇ ਸਾਡੀ ਬਿਰਤੀ ਵਾਲਿਆਂ ਨੂੰ ਪਾਲ ਲਿਆ ਹੈ, ਸਾਡੀ ਮਾੜੀ ਬਿਰਤੀ ਵਾਲਿਆਂ ਨੂੰ, ਜਿਹੜੇ ਕਿ ਅਸੀਂ ਨਾ ਸ਼ੁਕਰੇ ਹੋਏ ਪਏ ਆ, ਹਰ ਵਕਤ ਕਹਿੰਦੇ ਪ੍ਰਮਾਤਮਾ ਨੇ ਕੁਝ ਦਿੱਤਾ ਹੀ ਨਹੀਂ ਹੈ, ਦੁਖੀ ਹੋਏ ਪਏ ਆ ਵੀ ਸਾਡੇ ਤੋਂ ਇੰਨਾ ਖਰਚਾ ਨਹੀਂ ਹੋ ਚੱਲ ਹੋ ਰਿਹਾ। ਔਰ ਵਧਾਇਆ ਕਿੰਨੇ ਇਹ ਸਾਧਨ, ਵਧਾਏ ਕਿੰਨੇ, ਖਰਚੇ ਵਧਾਏ ਕਿੰਨੇ, ਕਿਉਂਕਿ ਪੈਦਲ ਥੋੜਾ ਤੱਕ ਅਸੀਂ ਨਹੀਂ ਚੱਲ ਸਕਦੇ, ਥੋੜੀ ਦੂਰ ਤੱਕ ਅਸੀਂ ਨਹੀਂ ਚੱਲ ਸਕਦੇ। ਔਰ ਜਦੋਂ ਜਿਹੜਾ ਕਿ ਵਹੀਕਲ ਬਣਿਆ, ਚਲੋ ਠੀਕ ਹੈ, ਜੋ ਸੰਸਾਰ ਦੇ ਵਿੱਚ ਬਣੇ ਆ, ਸਾਇੰਸ ਨੇ ਸਾਨੂੰ ਇਹ ਕਾਢਾਂ ਦਿੱਤੀਆਂ ਨੇ, ਉਹਨਾਂ ਵਹੀਕਲਾਂ ਦੇ ਨਾਲ ਕੋਈ ਕਾਰਜ ਕਰਨੇ ਸੀ, ਇੱਥੋਂ ਉੱਥੇ ਪਹੁੰਚਣ ਦੇ ਵਿੱਚ ਕੰਮ ਸੌਖਾ ਹੋਣਾ ਸੀ। ਪਰ ਕਹਿੰਦੇ ਨੇ ਇਹਨੇ ਸੌਖਾ ਨਹੀਂ ਸੋਚਿਆ, ਇਹਨੇ ਕੀ ਕੀਤਾ, ਇਹਨੇ ਉਸ ਵਹੀਕਲ ਨੂੰ ਵੀ ਔਖਾ ਕਰ ਲਿਆ, ਜ਼ਿੰਦਗੀ ਦੇ ਵਿੱਚ ਔਖ ਲਿਆ ਲਈ। ਕਿਉਂ? ਇਹਨੇ ਉਹ ਵਹੀਕਲ ਨਹੀਂ ਲਿਆ ਜਿਹੜਾ ਕੇਵਲ ਕਾਰਨ ਬਣੇ, ਇੱਥੋਂ ਲੈ ਜਾ ਕੇ ਉੱਥੋਂ ਚੱਕਰ ਸਾਨੂੰ ਛੱਡ ਆਵੇ। ਨਹੀਂ, ਉਸ ਵਹੀਕਲ ਦਾ ਸੁਹੱਪਣ ਵੀ ਹੋਣਾ ਚਾਹੀਦਾ, ਉਸ ਵਹੀਕਲ ਦੀ ਮਹਿੰਗਾਈ ਵੱਧ ਤੋਂ ਵੱਧ ਸੋਹਣਾ ਹੋਣਾ ਚਾਹੀਦਾ, ਉਸ ਵਹੀਕਲ ਦੇ ਵਿੱਚ ਬਹੁਤ ਜ਼ਿਆਦਾ ਧਨ ਖਰਚਿਆ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹਦੇ ਉੱਪਰ ਬਹੁਤਾ ਧਨ ਖਰਚ ਕੀਤਾ ਹੋਇਆ ਹੈ। ਉਹਦੇ ਵਹੀਕਲ ਦੇ ਵਿੱਚੋਂ ਸੁੱਖ ਨਹੀਂ ਹੈ, ਸਗੋਂ ਉਹ ਵਹੀਕਲ ਵੀ ਦੁੱਖ ਬਣ ਗਿਆ। ਇਸ ਕਰਕੇ ਹੁਣ ਬੰਦੇ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਵੀ ਹੁਣ ਦੁੱਖ ਬਹੁਤ ਨੇ ਜ਼ਿੰਦਗੀ ਦੇ ਵਿੱਚ, ਆ ਬੱਚੇ ਪਾਲਣੇ ਸੌਖੇ ਨਹੀਂ ਹਨ। ਪਰ ਜਦੋਂ ਤੇਰੇ ਮਾਪਿਓ ਨੇ ਤੈਨੂੰ ਪਾਲਿਆ ਸੀ, ਉਦੋਂ ਵੀ ਤਾਂ ਸੰਸਾਰ ਦੇ ਵਿੱਚ ਉਹਨਾਂ ਨੇ ਤੈਨੂੰ ਭੋਜਨ ਦਿੱਤਾ, ਸਭ ਕੁਝ ਦਿੱਤਾ। ਪਰ ਕਹਿੰਦੇ ਨੇ ਇਹ ਬੰਦੇ ਕੀ ਕੀਤਾ, ਇਹਨੇ ਵੱਖ ਹੋਵੇ ਪੁੱਤ ਰੰਨ ਲੈ, ਕਹਿੰਦੇ ਵੱਖਰਾ ਹੋ ਗਿਆ, ਮਾਂ ਪਿਓ ਦੇ ਉਪਕਾਰ ਸਾਰੇ ਵਿਸਾਰ ਦਿੱਤੇ, ਸਾਰੇ ਉਪਕਾਰ ਵਿਸਾਰ ਦਿੱਤੇ। ਤੇ ਜਿਹੜਾ ਪ੍ਰਮਾਤਮਾ ਅਦ੍ਰਿਸ਼ਟ ਹੈ, ਜਿਹੜਾ ਦੇਸੀ ਨਹੀਂ ਰਿਹਾ, ਉਹਨੂੰ ਇਹ ਕਿਉਂ ਚੇਤੇ ਰੱਖੇਗਾ, ਉਹਨੂੰ ਇਹ ਕਿਵੇਂ ਚੇਤੇ ਰੱਖੇਗਾ? ਇਸ ਕਰਕੇ ਮਹਾਰਾਜ ਕਹਿੰਦੇ ਨੇ ਰਤਨ ਤਿਆਗ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ। ਕਹਿੰਦੇ ਨੇ ਜਿਹੜਾ ਝੂਠ ਹੈ ਉਹਦੇ ਨਾਲ ਇਹ ਰਚਿਆ ਹੋਇਆ ਹੈ, ਜਿਹੜਾ ਸੰਸਾਰ ਝੂਠਾ ਹੈ ਨਾ ਉਹਦੇ ਨਾਲ ਇਹ ਰਚਿਆ ਹੋਇਆ ਹੈ। ਤੇ ਜੋ ਛੱਡਣਾ ਸੋ ਅਸਥਿਰ ਕਰ ਮਾਨੇ,
ਜਿਹਨੂੰ ਛੱਡਣਾ ਹੈ ਉਹਨੂੰ ਇਹ ਅਸਥਿਰ ਕਰਕੇ ਮੰਨ ਰਿਹਾ ਹੈ, ਜਿਹਨੂੰ ਤਿਆਗਣਾ ਹੈ। ਜੋ ਹੋਵਣ ਸੋ ਦੂਰ ਪਰਾਨੇ। ਛੱਡਣਾ ਕੀ ਹੈ ਜੀ? ਕਾਮ, ਕ੍ਰੋਧ, ਵਿਕਾਰ, ਲੋਭ, ਮੋਹ, ਇਹ ਛੱਡਣੇ ਨੇ। ਇਹਨਾਂ ਨੂੰ ਤਿਆਗਣਾ ਹੈ, ਇਹਨਾਂ ਨੂੰ ਵੱਖਰਾ ਕਰਨਾ ਹੈ ਆਪਣੇ ਨਾਲੋਂ। ਜੇ ਆਪਾਂ ਆਖੀ ਦੇ ਕਿ ਮਾਇਆ, ਜਿੱਦਾਂ ਅੱਜ ਦਾ ਸਮਾਂ ਹੈ, ਸਾਰਾ ਸੰਸਾਰ ਕਹਿੰਦਾ ਵੀ ਮਾਇਆ ਮਾਇਆ, ਕਿਉਂਕਿ ਬਹੁਤੇ ਲੋਕਾਂ ਦੇ ਉੱਪਰ ਗੁਰਬਾਣੀ ਦਾ ਵੈਸੇ ਹੋਣਾ ਤਾਂ ਇਹ ਸੀ ਵੀ ਗੁਰਬਾਣੀ ਸਭ ਦਾ ਭਲਾ ਹੀ ਕਰਦੀ ਹੈ, ਗੁਰਬਾਣੀ ਸਭ ਨੂੰ ਪਾਰ ਉਤਾਰਾ ਹੀ ਕਰਦੀ ਹੈ। ਪਰ ਕਹਿੰਦੇ ਨੇ ਬਹੁਤੇ ਲੋਕ ਅਜਿਹੇ ਨੇ ਜਿਹੜੇ ਬਾਣੀ ਨੂੰ ਇੱਥੋਂ ਤੱਕ ਕਹਿੰਦੇ ਨੇ, ਬਾਣੀ ਕਹਿੰਦੀ ਹੈ ਮਾਇਆ ਨਹੀਂ ਕਮਾਉਣੀ ਚਾਹੀਦੀ, ਬਾਣੀ ਕਹਿੰਦੀ ਹੈ ਜੀ ਧੰਦਾ ਨਹੀਂ ਕਰਨਾ ਚਾਹੀਦਾ, ਸੰਸਾਰ ਦੇ ਵਿੱਚ ਕਾਰਜ ਵਿਹਾਰ ਨਹੀਂ ਕਰਨਾ ਚਾਹੀਦਾ, ਬਾਣੀ ਇਸ ਤਰ੍ਹਾਂ ਕਹਿੰਦੀ ਹੈ ਜੀ। ਪਰ ਕਹਿੰਦੀ ਗੁਰਬਾਣੀ ਨੇ ਵੀ ਤੇ ਕਿਹਾ ਨਾ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕਿਰਤ ਕਰ, ਚਿੱਤ ਦੇ ਨਾਲ ਨਿਰੰਜਨ ਨੂੰ ਸਿਮਰ ਲੈ, ਅਕਾਲ ਪੁਰਖ ਪਰਮਾਤਮਾ ਜੀ ਦਾ ਧਿਆਨ ਧਰ ਲੈ। ਇੱਥੇ ਤੱਕ ਗੁਰਬਾਣੀ ਨੇ ਇਹ ਵੀ ਅਕਾਲ ਪੁਰਖ ਪਰਮਾਤਮਾ ਜੀ ਦੇ ਅੱਗੇ ਅਰਦਾਸ ਕੀਤੀ ਹੈ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰਿਓ ਚਿਤ ਨਾ ਧਰੇ। ਕਹਿੰਦੇ ਮਹਾਰਾਜ ਨਿਰਧਨ ਨੂੰ ਕੋਈ ਆਦਰ ਨਹੀਂ ਦਿੰਦਾ, ਜਿਹਦੇ ਕੋਲ ਧਨ ਨਾ ਹੋਵੇ ਉਹਨੂੰ ਕੋਈ ਆਦਰ ਨਹੀਂ ਦਿੰਦਾ, ਉਹਨੂੰ ਕੋਈ ਸਤਿਕਾਰ ਨਹੀਂ ਦਿੰਦਾ, ਭਾਵੇਂ ਉਹ ਲੱਖ ਯਤਨ ਕਰ ਲਵੇ। ਇਸ ਕਰਕੇ ਅਕਾਲ ਪੁਰਖ ਪਰਮਾਤਮਾ ਜੀ ਦੇ ਅੱਗੇ ਇੱਕ ਅਰਦਾਸ ਵੀ ਕਰ ਦਿੱਤੀ ਕਿ ਮਹਾਰਾਜ ਧਨ ਦੀ ਜ਼ਰੂਰਤ ਵੀ ਹੈ, ਧਨ ਪਦਾਰਥ ਵੀ ਚਾਹੀਦਾ ਹੈ। ਔਰ ਸਤਿਗੁਰੂ ਜੀ ਨੇ ਉਹ ਸ਼ਬਦ ਸਾਡੇ ਸਾਹਮਣੇ ਫਿਰ ਰੱਖ ਦਿੱਤੇ, ਆਵਤ ਪਹੀਆ ਖੁਦੇ ਜਾਹੇ। ਕਹਿੰਦੇ ਰੱਬ ਜੀ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ, ਆਵਤ ਪਹੀਆ ਖੁਦੇ ਜਾਹੇ। ਕਹਿੰਦੇ ਵੇਖੋ ਹੇ ਅਕਾਲ ਪੁਰਖ ਪਰਮਾਤਮਾ, ਜੇ ਤੇਰੀ ਅਸੀਂ ਇੱਕ ਗੱਲ ਨੂੰ ਲੈ ਕੇ ਤੁਰ ਪਈਏ ਵੀ ਰੱਬ ਜੀ ਗੁਰਬਾਣੀ ਕਹਿੰਦੀ ਮਾਇਆ ਮਨੋ ਨਾ ਵਿਸਰੇ ਮੰਗੇ, ਦਮਾ ਦਮ ਸੋ ਪ੍ਰਭ ਚਿਤ ਨਾਵੀ ਨਾਨਕ ਨਹੀਂ ਕਰਮ। ਵੀ ਦਮੜੇ ਜੋੜਦਾ ਪਿਆ, ਜੋੜੀ ਜਾਂਦਾ ਹੈ, ਦਮੜੇ ਮੰਗੀ ਜਾਂਦਾ ਹੈ, ਮਾਇਆ ਮਨੋ ਵਿਸਰ ਨਹੀਂ ਰਹੀ। ਇਸ ਕਰਕੇ ਤਾਂ ਇਹ ਗੁਰਬਾਣੀ ਦਾ ਅਸਰ ਸਾਡੇ ਉੱਪਰ ਗਲਤ ਹੋ ਗਿਆ, ਕਿਉਂਕਿ ਅਸੀਂ ਕੇਵਲ ਮਾਇਆ ਨੂੰ ਧਿਆਨ 'ਚ ਰੱਖਿਆ ਵੀ ਮਾਇਆ ਦੇ ਨਾਲ ਸ਼ਾਇਦ ਵਾਹਿਗੁਰੂ ਦੀ ਨਫ਼ਰਤ ਹੈ, ਜਦੋਂ ਕਿ ਦੂਜੀ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਰੱਬ ਜੀ ਦੇ ਅੰਦਰ ਇਹ ਚਾਅ ਨਾ ਸਾਜੀਏ ਕੁਦਰਤ, ਬੜੇ ਸ਼ੌਕ ਦੇ ਨਾਲ, ਬੜੇ ਆਨੰਦ ਨਾਲ ਇਹ ਕੁਦਰਤ ਸਾਜੀ ਹੈ। ਇਹ ਜੇ ਕੁਦਰਤ ਹੀ ਸਾਡੇ ਲਈ ਜ਼ਹਿਰ ਬਣ ਜਾਵੇ ਤੇ ਫਿਰ ਪ੍ਰਮਾਤਮਾ ਨੇ ਸਾਡੇ ਲਈ ਜ਼ਹਿਰ ਬਣਾ ਕੇ ਭੇਜਿਆ ਨਾ ਕੁਦਰਤ ਫਿਰ। ਇਸ ਕਰਕੇ ਕੁਦਰਤ ਜ਼ਹਿਰ ਨਹੀਂ ਹੈ, ਕੁਦਰਤ ਪ੍ਰਮਾਤਮਾ ਦੀ ਖੁਸ਼ੀ ਦੇ ਵਿੱਚੋਂ ਪ੍ਰਗਟ ਹੋਈ ਹੈ, ਔਰ ਕੁਦਰਤ ਸਾਨੂੰ ਆਨੰਦ ਦਿੰਦੀ, ਸੁੱਖ ਦਿੰਦੀ ਹੈ। ਤੇ ਕਹਿੰਦੇ ਫਿਰ ਇਸ ਤਰੀਕੇ ਦੇ ਨਾਲ ਇਸ ਬੰਦੇ ਨੇ ਕੀ ਕੀਤਾ, ਕੇਵਲ ਇਹੀ ਆਖੀ ਗਿਆ ਵੀ ਮਾਇਆ ਪਰਮਾਤਮਾ ਦੇ ਨਾਲੋਂ ਵਿਸਾਰਦੀ ਹੈ। ਪਰ ਗੁਰਬਾਣੀ ਨੇ ਕਹਿ ਦਿੱਤਾ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ, ਆਵਤ ਪਈਆ ਖੁਦੇ ਜਾਏ। ਮਹਾਰਾਜ ਇਹ ਗ੍ਰਹਿ ਦੀ ਸ਼ੋਭਾ ਹੈ, ਜਿਹੜੀ ਮਾਇਆ ਹੈ ਇਹ ਗ੍ਰਹਿ ਦੀ ਸ਼ੋਭਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਔਰਤ ਇਮਾਨ ਪੁੱਤਰ ਨਿਸ਼ਾਨ, ਤੇ ਕਹਿੰਦੇ ਨੇ ਮਾਇਆ ਗੁਜਰਾਨ। ਇਹ ਮਾਇਆ ਗੁਜ਼ਾਰਾ ਹੈ ਸਾਡੇ ਜੀਵਨ ਦਾ। ਕੋਈ ਪ੍ਰਾਹੁਣਾ ਘਰ ਚ ਆਵੇ ਅਸੀਂ ਉਹਦੀ ਸੇਵਾ ਨਹੀਂ ਕਰ ਸਕਾਂਗੇ, ਕੋਈ ਸਾਡਾ ਸੰਬੰਧੀ ਘਰ ਦੇ ਵਿੱਚ ਆ ਜਾਏ ਅਸੀਂ ਉਹਦੀ ਸੇਵਾ ਨਹੀਂ ਕਰ ਸਕਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ, ਆਵਤ ਪਈਆ ਖੁਦੇ ਜਾਏ। ਮਹਾਰਾਜ ਮਾਇਆ ਵੀ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਠੀਕ ਹੈ ਸੰਸਾਰ ਦੇ ਵਿੱਚ ਆਇਆ ਤੂੰ, ਤੇਰੇ ਕੋਲ ਇਹ ਹੋਣਾ ਚਾਹੀਦਾ ਹੈ, ਪਰ ਕਹਿੰਦੇ ਜੋ ਛੱਡਣਾ ਸੋ ਅਸਥਿਰ ਕਰ ਮਾਨੈ। ਇਹਦੇ ਨਾਲ ਬਹੁਤਾ ਨੇ ਨਹੀਂ ਲਾਉਣਾ। ਕਿਉਂ? ਕਿਉਂਕਿ ਇਹਨੇ ਆਪਣੇ ਜਾਲ ਦੇ ਵਿੱਚ ਤੈਨੂੰ ਫਸਾ ਕੇ ਤੈਨੂੰ ਸਮੂਲਚਾ ਹੀ ਨਿਕਲ ਲੈਣਾ ਹੈ, ਫਿਰ ਤੈਨੂੰ ਪਤਾ ਨਹੀਂ ਲੱਗਣਾ। ਇਹਨੇ ਤੈਨੂੰ ਖਾ ਜਾਣਾ, ਇਹਨੇ ਤੈਨੂੰ, ਇਸ ਮਾਇਆ ਨੇ ਤੈਨੂੰ ਖਾ ਜਾਣਾ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਕਹਿੰਦੇ ਜਿਹੜਾ ਇਹਦੀ ਸੇਵਾ 'ਚ ਲੱਗ ਗਿਆ, ਸੇਵਾ ਕੀ ਹੈ, ਇਹਨੂੰ ਧਿਆਨ ਦੇ ਵਿੱਚ ਰੱਖਣ ਲੱਗ ਪਿਆ, ਨਾਲ ਵਰਤੋਂ ਦੇ ਵਿੱਚ ਨਾ ਲਿਆਉਣੀ, ਇਹਨੂੰ ਖਰਚਣਾ ਨਾ, ਜਾਂ ਇਹਦੇ ਜੋੜ ਕੇ ਰੱਖੀ ਜਾਣਾ, ਆਪਣੇ ਆਪ ਦੇ ਆਪਣੇ ਪਰਿਵਾਰ ਦੇ ਮੂੰਹ ਦੇ ਵਿੱਚੋਂ ਬੁਰਕੀ ਕੱਢਣੀ, ਉਹਨਾਂ ਨੂੰ ਖਾਣ ਪੀਣ ਨਾ ਦਿੱਤਾ ਜਾਣਾ, ਜਾਂ ਹੋਰ ਸੰਸਾਰ ਦੇ ਜੀਵਾਂ ਦੇ ਨਾਲ ਧਰੋਹ ਕਰਕੇ ਖੋਹ ਕੇ ਆਪਦਾ ਢਿੱਡ ਭਰ ਲੈਣਾ। ਕਹਿੰਦੇ ਵੇਖੀ ਨੇ ਤੈਨੂੰ ਇੱਕ ਦਿਨ ਖਾ ਜਾਣਾ ਹੀ, ਇਹਦੇ ਨਾਲ ਮੋਹ ਨਾ ਕਰੀ। ਸਤਿਗੁਰੂ ਜੀ ਕਹਿੰਦੇ ਨੇ ਜੋ ਹੋਵਣ ਸੋ ਦੂਰ ਪਰਾਨੇ। ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਉਸ ਨੂੰ ਇਹ ਦੂਰ ਜਾਣਦਾ, ਜਿਹੜਾ ਨੇੜੇ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੇ। ਕਹਿੰਦੇ ਜਿਹਨੇ ਛੱਡ ਕੇ ਜਾਣਾ ਉਹਨੂੰ ਇਕੱਠਿਆਂ ਕਰਦਾ ਹੈ। ਸੰਗ ਸਹਾਈ ਤਿਸ ਪਰ ਹਰੇ। ਤੇ ਕਹਿੰਦੇ ਨੇ ਇਹਦੇ ਨਾਲ ਸੰਗ ਸਹਾਈ, ਉਹ ਵੀ ਵਿਸਾਰ ਦਿੱਤੇ। ਕਹਿੰਦੇ ਨੇ ਸੰਗ ਸਹਾਈ
ਤਿਸ ਪ੍ਰਹਾਰੇ, ਜਿਹੜਾ ਅਕਾਲ ਪੁਰਖ ਪਰਮਾਤਮਾ ਇਹਦਾ ਅੰਗ ਸੰਗ ਸਹਾਈ ਹੁੰਦਾ, ਉਹਨੂੰ ਛੱਡ ਦਿੱਤਾ। ਪ੍ਰਹਾਰ ਦਾ ਅਰਥ ਹੁੰਦਾ ਇਹਨੇ ਵਿਸਾਰ ਦਿੱਤਾ ਰੱਬ ਜੀ ਨੂੰ, ਅਕਾਲ ਪੁਰਖ ਪਰਮਾਤਮਾ ਜੀ ਨੂੰ ਵਿਸਾਰ ਦਿੱਤਾ। ਸੋ ਜਿਹੜਾ ਬੰਦਾ ਅਜਿਹਾ ਏ ਪਰਮਾਤਮਾ ਨੂੰ ਵਿਸਾਰ ਦਿੰਦਾ ਏ, ਤੇ ਮਹਾਰਾਜ ਕਹਿੰਦੇ ਨੇ ਚੰਦਨ ਲੇਪ ਉਤਾਰੇ ਧੋਏ। ਜਿਹੜਾ ਰੱਬ, ਜਿਵੇਂ ਚੰਦਨ ਦਾ ਲੇਪ ਕਿਸੇ ਬੰਦੇ ਨੂੰ ਕੀਤਾ ਜਾਵੇ, ਤੇ ਕਹਿੰਦੇ ਨੇ ਉਹਨੇ ਕੀ ਕੀਤਾ, ਉਹਨੇ ਫਟਾਫਟ ਚੰਦਨ ਨੂੰ ਧੋ ਦਿੱਤਾ। ਕਹਿੰਦੇ ਮੇਰੇ ਤੋਂ ਨਹੀਂ ਸਹਿਆ ਜਾਂਦਾ ਇਹ ਚੰਦਨ ਦਾ ਲੇਪਣ। ਕਹਿੰਦੇ ਪਰ ਇਹਨੂੰ ਚੰਗਾ ਕੀ ਲੱਗਾ, ਗਰਤਬ ਪ੍ਰੀਤ ਪਸਮ ਸੰਗ ਹੋਏ। ਕਹਿੰਦੇ ਜਿਵੇਂ ਗਧੇ ਦੀ, ਗਰਤਬ ਦਾ ਅਰਥ ਹੈ ਗਧਾ, ਉਹਦੀ ਪ੍ਰੀਤ ਕੀ ਹੈ, ਉਹ ਕੀ ਕਰਦਾ ਹੈ, ਉਹ ਸਵਾਹ ਦੇ ਵਿੱਚ ਜਾਂਦਾ, ਮਿੱਟੀ ਦੇ ਵਿੱਚ ਜਾਂਦਾ ਤੇ ਜਾ ਕੇ ਲੇਟਣ ਲੱਗ ਪੈਂਦਾ ਹੈ। ਕਹਿੰਦੇ ਬੰਦੇ ਦੀ ਬਿਰਤੀ ਇਵੇਂ ਦੀ ਹੋ ਗਈ ਹੈ, ਇਵੇਂ ਦੀ ਹੋ ਗਈ। ਸੋ ਮਹਾਰਾਜ ਕਹਿੰਦੇ ਨੇ ਵੇਖੋ, ਜੇ ਇਹੋ ਜਿਹਾ ਬੰਦਾ ਕਿਸੇ ਦਾ ਮਿੱਤਰ ਬਣੇਗਾ, ਜਿਹੜਾ ਚੰਦਨ ਨੂੰ ਉਤਾਰ ਦਿੰਦਾ ਹੈ ਤੇ ਸਵਾਹ ਦੇ ਵਿੱਚ ਲਿਟਦਾ ਹੈ, ਜਿਹੜਾ ਰਤਨ ਨੂੰ ਤਿਆਗ ਦਿੰਦਾ ਹੈ ਤੇ ਕੌਡੀ ਨੂੰ ਵਿਹਾਜਦਾ ਹੈ, ਇਕੱਠਾ ਕਰਦਾ ਹੈ, ਤੇ ਕਹਿੰਦੇ ਜਿਹੜਾ ਸੱਚ ਨੂੰ ਛੱਡ ਦਿੰਦਾ ਹੈ, ਝੂਠ ਦੇ ਨਾਲ ਬੜਾ ਰਚਿਆ ਹੋਇਆ ਹੈ, ਤੇ ਕਹਿੰਦੇ ਜਿਸ ਨੇ ਅਕਾਲ ਪੁਰਖ ਪਰਮਾਤਮਾ ਨੂੰ ਵੀ ਪ੍ਰਹਰ ਦਿੱਤਾ, ਵਿਸਾਰ ਦਿੱਤਾ, ਇਹੋ ਜਿਹੇ ਬੰਦੇ ਦੇ ਨਾਲ ਕਦੀ ਮਿੱਤਰਤਾ ਨਾ ਕਰ ਬੈਠੀ। ਕਹਿੰਦੇ ਉਹ ਤੇਰੇ ਖਾਣੇ ਨੂੰ ਭ੍ਰਿਸ਼ਟ ਕਰ ਦੇਗਾ, ਤੇਰੇ ਜੀਵਨ ਨੂੰ ਭ੍ਰਿਸ਼ਟ ਕਰ ਦੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖੋ, ਇਹੋ ਜਿਹੇ ਬੰਦੇ ਦੀ ਬਿਰਤੀ ਕਿੱਡੀ ਕੁਮਾੜੀ ਹੋ ਸਕਦੀ, ਨਿਗਾਹ ਇਹੋ ਜਿਹੇ ਬੰਦੇ ਦੀ ਕਿੰਨੀ ਕੁਮਾੜੀ ਹੋ ਸਕਦੀ, ਜਿਹਨੇ ਰੱਬ ਨੂੰ ਵਿਸਾਰ ਕੇ ਆ ਸੰਸਾਰ ਦੇ ਜੀਵਾਂ ਦੇ ਵਿੱਚ, ਆ ਸੰਸਾਰ ਦੇ ਧੰਦਿਆਂ ਦੇ ਵਿੱਚ ਪੈ ਕੇ ਪਰਮਾਤਮਾ ਨੂੰ ਵਿਸਾਰ ਛੱਡਿਆ ਹੈ। ਕਹਿੰਦੇ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ। ਭਾਈ ਗੁਰਦਾਸ ਜੀ ਦੇ ਸ਼ਬਦ ਨੇ। ਮੱਧ ਦਾ ਅਰਥ ਹੁੰਦਾ ਹੈ ਸ਼ਰਾਬ, ਦਾਰੂ। ਮੱਧ ਦੇ ਵਿੱਚ ਪਾ ਕੇ ਤੇ ਕੁੱਤੇ ਦਾ ਮਾਸ ਰਿੰਨਿਆ ਗਿਆ। ਮੱਧ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ ਧਰਿਆ, ਮਾਨਸ ਖੋਪੜੀ ਤੇ ਸੰਬੰਧੀ ਵਾਸ। ਫਿਰ ਉਹਨੂੰ ਕੀ ਕੀਤਾ, ਉਹਨੂੰ ਰਿੰਨ ਕੇ ਫਿਰ ਕਹਿੰਦੇ ਉਹਨੂੰ ਮਨੁੱਖਾ ਦੀ, ਕਿਸੇ ਬੰਦੇ ਦੀ ਖੋਪੜੀ ਦੇ ਵਿੱਚ ਧਰ ਦਿੱਤਾ, ਤੇ ਉਹਦੇ ਵਿੱਚੋਂ ਬਹੁਤ ਭੈੜੀ ਬਦਬੂ ਵਾਸ਼ਨਾ ਆਉਣ ਲੱਗ ਪਈ। ਸੁਗੰਧੀ ਦੀ ਥਾਂ ਗੰਦੀ ਵਾਸ਼ਨਾ ਆਉਣ ਲੱਗ ਪਈ। ਤੇ ਕਹਿੰਦੇ ਢੱਕਿਆ, ਉਹਨੂੰ ਕਿਹਦੇ ਨਾਲ ਢੱਕਿਆ, ਢੱਕਿਆ ਰਤੂ ਕੱਪੜਾ। ਕਹਿੰਦੇ ਰਤ ਦੇ ਨਾਲ, ਕੱਪੜੇ ਦੇ ਨਾਲ ਢੱਕਣਾ ਕੀਤਾ ਉਹਨੂੰ। ਰਤ ਦੇ ਨਾਲ, ਜਿਹੜਾ ਖੂਨ ਦੇ ਨਾਲ ਲਿਬੜਿਆ ਹੋਇਆ ਕੱਪੜਾ ਸੀ ਨਾ, ਉਹਦੇ ਨਾਲ ਫਿਰ ਉਹਨੂੰ ਢੱਕ ਦਿੱਤਾ ਗਿਆ। ਰਤੂ ਭਰਿਆ ਕੱਪੜਾ ਕਾ ਢੱਕਣ ਤਾਸ, ਉਹਨੂੰ ਢੱਕਿਆ ਗਿਆ। ਤੇ ਕਹਿੰਦੇ ਨੇ ਢੱਕ ਲੈ ਚੱਲੀ ਚੂਹੜੀ, ਲਾਹੇ ਵਿਸ਼ਵਾਸ। ਕਹਿੰਦੇ ਨੇ ਫਿਰ ਕਹਿੰਦੇ ਨੇ ਉਹ ਢੱਕ ਕੇ ਲੈ ਕੇ ਉਹ ਚੱਲੀ ਹੈ ਜਿਹਦਾ ਕੋਈ ਜੀਵਨ ਉੱਚਾ ਨਹੀਂ ਹੈ। ਕਰ ਭੋਗ ਵਿਲਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ, ਜਿਹਦਾ ਕੋਈ ਆਪਣਾ ਜੀਵਨ ਚੰਗਾ ਨਹੀਂ ਹੈ, ਬਹੁਤ ਭੈੜਾ ਜੀਵਨ ਹੈ, ਵਿਕਾਰੀ ਜੀਵਨ, ਵਿਭਚਾਰੀ ਜੀਵਨ ਹੈ, ਭੈੜਾ ਟੂਣੇ ਟੱਪੇ ਕਰਨ ਵਾਲਾ ਜੀਵਨ ਹੈ, ਭਾਵ ਕਿ ਚੜੇਲਾਂ ਵਰਗਾ ਜੀਵਨ ਹੈ, ਜਿਹਦਾ ਚੰਡਾਲਾਂ ਵਰਗਾ ਜੀਵਨ ਹੈ, ਉਹ ਢੱਕ ਕੇ ਲੈ ਕੇ ਜਾ ਰਿਹਾ ਹੈ ਬੰਦਾ। ਤੇ ਕਹਿੰਦੇ ਫਿਰ ਅੱਗੋਂ ਕਿਸੇ ਨੇ ਪੁੱਛ ਲਿਆ, ਵੇਖ ਕੇ ਨਾ ਇਹ ਸਾਰਾ ਕਰਮ ਗੰਦੀ ਵਾਸ਼ਨਾ, ਉੱਤੇ ਗੰਦਾ ਕੱਪੜਾ, ਜਿਹਦੇ ਚੁੱਕ ਕੇ ਲੈ ਕੇ ਜਾਂਦਾ ਉਹ ਮਾਸ ਨੂੰ, ਉਹ ਵੀ ਕੋਈ ਜੀਵਨ ਵਾਲਾ ਚੰਗਾ ਨਹੀਂ ਹੈ। ਤੇ ਕਹਿੰਦੇ ਨੇ ਉਹਨੂੰ ਪੁੱਛਿਆ ਗਿਆ ਵੀ ਇਹ ਇੰਨਾ ਕੁਛ ਢੱਕਣ ਦਾ ਤੈਨੂੰ ਯਤਨ ਨਹੀਂ ਕੀਤਾ ਹੋਇਆ, ਇਹ ਤਾਂ ਭੈੜਾ ਇੱਕ ਨਿਗਾਹ ਹੀ ਪੈ ਜੇ ਕਿਸੇ ਦੀ ਤੇ ਕਿਹਦਾ ਰੋਟੀ ਖਾਣ ਨੂੰ ਜੀ ਨਹੀਂ ਕਰਨਾ, ਇਹਦਾ ਤਾਂ ਭੋਜਨ ਖਾਣ ਨੂੰ ਜੀ ਨਹੀਂ ਕਰਨਾ, ਜਿਹੋ ਜੀ ਦੀ ਹਾਲਤ ਬਣੀ ਹੋਈ ਹੈ। ਉਹ ਫਿਰ ਦੱਸਦੀ ਹੈ, ਉਹ ਕਹਿੰਦੀ ਨਦਰੀ ਪਵੇ ਅਕਿਰਤ ਕਣ। ਕਹਿੰਦੇ ਇਹ ਜੇ ਨਦਰੀ ਪੈ ਗਿਆ ਨਾ, ਅਕਿਰਤ ਕਣ ਬੰਦੇ ਦੀ, ਇਹਦੇ ਉੱਪਰ ਨਜ਼ਰ ਪੈ ਗਈ, ਕਹਿੰਦੇ ਨੇ ਇਹਨੇ ਇਸ ਮਾਸ ਨੇ ਹੋਰ ਜ਼ਿਆਦਾ ਗੰਦਾ ਹੋ ਜਾਣਾ ਹੈ। ਭਾਵੇਂ ਕਿ ਮਾਨਸ ਖੋਪੜੀ ਦੇ ਵਿੱਚ ਧਰਿਆ ਹੈ, ਭਾਵੇਂ ਇਹ ਸ਼ਰਾਬ ਦੇ ਵਿੱਚ ਰਿੰਨ ਕੇ ਬਣਾਇਆ ਹੋਇਆ ਹੈ, ਭਾਵੇਂ ਇਹਦੇ ਉੱਤੇ ਗੰਦਾ ਕੱਪੜਾ ਦਿੱਤਾ ਹੋਇਆ, ਪਰ ਕਹਿੰਦੇ ਨੇ ਜੇ ਕਿਤੇ ਨਜ਼ਰ ਪੈ ਗਈ ਕਿਰਤ ਘਣ ਬੰਦੇ ਦੀ। ਕਿਰਤ ਘਣ ਕੌਣ? ਜਿਨੇ ਪ੍ਰਮਾਤਮਾ ਜੀ ਦੇ ਉਪਕਾਰ ਵਿਸਾਰ ਦਿੱਤੇ, ਜਿਨੇ ਵਾਹਿਗੁਰੂ ਦੇ ਉਪਕਾਰ ਵਿਸਾਰ ਦਿੱਤੇ। ਕਹਿੰਦੇ ਨੇ ਉਸ ਬੰਦੇ ਦੀ ਜੇ ਇਹਦੇ ਤੇ ਨਜ਼ਰ ਪੈ ਗਈ ਨਾ, ਤੇ ਕਹਿੰਦੇ ਨੇ ਇਹਨੇ ਹੋਰ ਭ੍ਰਸ਼ਟ ਹੋ ਜਾਣਾ ਹੈ। ਤੇ ਅਗਲੀ ਉਦਾਹਰਨ ਕਹਿੰਦੇ ਫਿਰ ਧਰਤੀ ਵੀ ਇਹੋ ਜਿਹੇ ਬੰਦੇ ਤੋਂ ਪੁਕਾਰਾਂ ਕਰਦੀ ਰੱਬ ਅੱਗੇ, ਮਹਾਰਾਜ ਇਹ ਬੰਦਾ ਸੰਸਾਰ ਦੇ ਵਿੱਚ ਆ ਕੇ ਮੇਰੇ ਉੱਪਰ ਭਾਰ ਬਣਿਆ ਹੋਇਆ ਹੈ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਜਿਹੜੇ ਅਸਮਾਨ ਨੂੰ ਛੂੰਹਦੇ ਨੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਜਿਹੜੇ ਘਰ ਬਾਹਰ ਦਿਸਦੇ ਨੇ, ਨਾ ਤਿਸ ਭਾਰੇ ਸਾਏ ਨਾ ਨਦ ਵਾਹ ਵਹਾਂਦੇ।
ਨਾ ਭਾਰੇ ਸਮੁੰਦਰ ਲੱਗਦੇ ਨੇ, ਨਾ ਭਾਰੀਆਂ ਨਦੀਆਂ ਲੱਗਦੀਆਂ ਨੇ ਜਿਹੜੀਆਂ ਵਹਿੰਦੀਆਂ ਪਈਆਂ ਨੇ, ਨਾ ਤਿਸ ਭਾਰੇ ਤਰਵਰਾਂ, ਨਾ ਮੈਨੂੰ ਜਿਹੜੇ ਰੁੱਖ ਨੇ ਉਹ ਭਾਰੇ ਲੱਗਦੇ ਨੇ, ਜਿਹੜੇ ਫਲ ਸੁਫਲ ਫਲੰਦੇ ਭਾਵੇਂ ਕਿ ਉਹ ਫਲਾਂ ਦੇ ਨਾਲ ਲੱਦੇ ਪਏ ਨੇ, ਮੈਨੂੰ ਭਾਰ ਨਹੀਂ ਲੱਗਦਾ ਉਹਨਾਂ ਦਾ। ਨਾ ਤਿਸ ਭਾਰੇ ਜੀ ਜੰਤ ਅਗਣਤ ਫਿਰੰਦੇ, ਕਹਿੰਦੇ ਨੇ ਧਰਤੀ ਕਹਿੰਦੀ ਹੈ ਰੱਬ ਜੀ ਨਾ ਮੈਨੂੰ ਇਹਨਾਂ ਦਾ ਭਾਰ ਹੈ, ਜਿਹੜੇ ਜੀਵ ਜੰਤ ਅਗਣਤ ਫਿਰਦੇ ਨੇ। ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਮੇਰੇ ਉੱਪਰ ਉਹਨਾਂ ਦਾ ਭਾਰ ਹੈ ਜਿਹੜੇ ਅਕਿਰਤ ਕਣ ਹੋ ਗਏ ਤੇ ਮੰਦੀ ਹੂੰ ਮੰਦੇ, ਮੰਦੇ ਤੋਂ ਮੰਦੇ ਬੰਦੇ ਜਿਹੜੇ ਨੇ ਅਕਿਰਤ ਕਣ ਹੋ ਗਏ, ਪਰਮਾਤਮਾ ਨੂੰ ਜਿਨ੍ਹਾਂ ਨੇ ਵਿਸਾਰ ਦਿੱਤਾ, ਉਹਨਾਂ ਦਾ ਭਾਰ ਹੈ ਮੇਰੇ ਉੱਪਰ, ਉਹਨਾਂ ਬੰਦਿਆਂ ਦਾ ਭਾਰ ਹੈ। ਔਰ ਸੰਸਾਰ ਦੇ ਵਿੱਚ ਇੱਕ ਪ੍ਰਸਿੱਧ ਵੀ ਹੈ ਕਿ ਉਹ ਅਕਿਰਤ ਘਣਤਾ ਇਸ ਸੰਸਾਰ ਦੇ ਵਿੱਚ ਇੱਕ ਹੈ ਵੀ ਘਟਨਾ ਕਿ ਅਕਿਰਤ ਘਣਤਾ ਵਾਲਾ ਕੰਮ ਕਿਹਨਾਂ ਨੇ ਕੀਤਾ। ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਨ, ਉਸ ਸਮੇਂ ਦੇ ਵਿੱਚ 22 ਰਾਜਿਆਂ ਨੂੰ ਗੁਰੂ ਸਾਹਿਬ ਜੀ ਨੇ 52 ਰਾਜਿਆਂ ਨੂੰ ਗੁਰੂ ਸਾਹਿਬ ਜੀ ਨੇ ਛਡਾਇਆ ਸੀ, ਜੋ 22 ਧਾਰ ਦੇ ਸਨ। ਜਦੋਂ ਛਡਾਇਆ ਔਰ ਉਹ ਪਤਾ ਕੀ ਕਰਦੇ ਸੀ, ਹਰ ਰੋਜ਼ ਉਹਨਾਂ ਨੂੰ ਖਾਣੇ ਦੇ ਵਿੱਚ ਥੋੜਾ ਥੋੜਾ ਜ਼ਹਿਰ ਪਾ ਕੇ ਦਿੱਤਾ ਜਾਂਦਾ ਸੀ, ਭਾਵ ਕਿ ਹੌਲੀ ਹੌਲੀ ਇਹਨਾਂ ਦੇ ਹੱਡਾਂ ਨੂੰ ਖੋਰ ਦੇਵੇ, ਇਹਨਾਂ ਦੇ ਅੰਦਰ ਬਿਮਾਰੀਆਂ ਫੈਲ ਜਾਣ ਹੌਲੀ ਹੌਲੀ। ਔਰ ਜਹਾਂਗੀਰ ਦੀ ਉਸ ਜੇਲ੍ਹ ਦੇ ਵਿੱਚ ਇਹਨਾਂ ਨੂੰ ਥੋੜਾ ਥੋੜਾ ਜ਼ਹਿਰ ਪਾ ਕੇ ਦਿੱਤਾ ਜਾਂਦਾ ਸੀ ਤਾਂ ਕਿ ਇਹ ਇੱਥੇ ਹੀ ਮਰ ਸੜ ਜਾਣ, ਖੱਪ ਜਾਣ, ਇੱਥੇ ਹੀ ਮਰ ਜਾਣ। ਔਰ ਉਹਨਾਂ ਦਾ ਜਿਹੜਾ ਸਰੀਰ ਦਾ ਉੱਥੇ ਦਫਨਾ ਕੇ ਮਾਰ ਮੁਰ ਕੇ ਸੁੱਟ ਦਿੱਤਾ ਜਾਵੇ, ਘਰ ਪਰਿਵਾਰ ਨੂੰ ਉਹਨਾਂ ਦੇ ਸਰੀਰ ਵੀ ਨਹੀਂ ਦਿੱਤੇ ਜਾਂਦੇ ਸੀ। ਇੰਨੀ ਹਾਲਤ ਦੇ ਇਹੋ ਜਿਹੀ ਹਾਲਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਛਡਾਇਆ। ਫਿਰ ਕਹਿੰਦੇ ਨੇ ਉਸ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ, ਕਹਿੰਦੇ ਔਰੰਗਜ਼ੇਬ ਨਾ ਸਾਡੇ ਨਾ ਜਨੇਊ ਲਾ ਰਿਹਾ ਹੈ, ਸਾਡੇ ਮੰਦਿਰ ਢਾ ਦਿੰਦਾ ਹੈ ਜੀ, ਸਾਨੂੰ ਜਪ ਤਪ ਨਹੀਂ ਸਿਮਰਤੀਆਂ ਨਹੀਂ ਪੜ੍ਹਨ ਦਿੰਦੇ, ਸਾਨੂੰ ਸ਼ਾਸਤਰ ਨਹੀਂ ਪੜ੍ਹਨ ਦਿੰਦੇ, ਸਾਡੇ ਨਾ ਜੰਨੂ ਲਾ ਰਿਹਾ ਹੈ। ਔਰ ਜੰਨੂ ਲਾ ਕੇ ਕਹਿੰਦੇ ਭੋਜਨ ਪਤਾ ਕਦੋਂ ਕਰਦਾ ਹੈ, ਕਹਿੰਦੇ ਜਦੋਂ 1.25 ਮਣ ਜਨੇਊ ਕਿਧਰੇ ਲਾ ਲਵੇ ਨਾ ਫਿਰ ਜਾ ਕੇ ਉਹ ਰੋਟੀ ਖਾਂਦਾ ਹੈ। ਬੇਨਤੀ ਕੀਤੀ ਤਰਲੇ ਦੇ ਨਾਲ, ਜਦੋਂ ਇਹ ਕਸ਼ਮੀਰ ਦੇ ਪੰਡਤ ਆਏ ਗੁਰੂ ਸਾਹਿਬ ਜੀ ਦੇ ਕੋਲ, ਬੜੇ ਤਰਲੇ ਦੇ ਨਾਲ ਬੇਨਤੀ ਕੀਤੀ ਵੀ ਮਹਾਰਾਜ ਸਾਡੀ ਹਾਲਤ ਬੜੀ ਗੰਭੀਰ ਹੈ, ਤੁਸੀਂ ਕਿਰਪਾ ਕਰੋ, ਤੁਸੀਂ ਸਾਡੀ ਰੱਖਿਆ ਕਰ ਸਕਦੇ ਹੋ, ਸਾਨੂੰ ਬਚਾ ਸਕਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਏ, ਪਹੁੰਚੇ ਤੇ ਜਦੋਂ ਔਰੰਗਜ਼ੇਬ ਮਿਲਿਆ ਤੇ ਕਹਿਣ ਲੱਗੇ ਔਰੰਗਜ਼ੇਬ ਤੈਨੂੰ ਕੀ ਲੱਗਦਾ ਹੈ ਵੀ ਤੂੰ ਤਲਵਾਰ ਦੇ ਨਾਲ ਇਹਨਾਂ ਨੂੰ ਧਰਮੀ ਬਣਾ ਸਕਦਾ ਹੈ, ਆਪਣੇ ਧਰਮ ਦੇ ਵਿੱਚ ਲਿਆ ਸਕਦਾ ਹੈ? ਭਾਵੇਂ ਕਿ ਬਹੁਤੇ ਲੋਕ ਮੰਨ ਚੁੱਕੇ ਸਨ, ਬਹੁਤੇ ਲੋਕ, ਜਦੋਂ ਪੰਜਾਬ ਦਾ ਭਾਰਤ ਦਾ ਇਤਿਹਾਸ ਪੜ੍ਹੋਗੇ ਨਾ ਤੁਸੀਂ, ਉਹਦੇ ਵਿੱਚ ਬਹੁਤੇ ਲੋਕ ਇਹੋ ਜਿਹੇ ਨੇ ਜਿਹੜੇ ਪਹਿਲਾਂ ਹਿੰਦੂ ਸੀਗੇ, ਬਾਅਦ ਵਿੱਚ ਉਹ ਮੁਸਲਮਾਨ ਬਣ ਗਏ। ਪਹਿਲਾਂ ਉਹ ਹਿੰਦੂ ਸੀਗੇ, ਬਾਅਦ ਵਿੱਚ ਮੁਸਲਮਾਨ ਬਣੇ ਨੇ। ਕਹਿੰਦੇ ਇਵੇਂ ਕਰਕੇ ਜਦੋਂ ਤਲਵਾਰ ਦਾ ਡਰ ਦੇ ਕੇ ਤੂੰ ਇਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਇਹ ਤਾਂ ਧਰਮ ਨਾ ਹੋਇਆ, ਫਿਰ ਇਹ ਤਾਂ ਕੁਕਰਮ ਹੋਇਆ। ਧਰਮ ਤਾਂ ਉਹ ਹੈ ਜਿਹੜਾ ਪ੍ਰੇਮ ਕਰਨਾ ਸਿਖਾਉਂਦਾ ਹੋਵੇ, ਧਰਮ ਤਾਂ ਉਹ ਹੈ ਜਿਹੜਾ ਸੰਸਾਰ ਦੇ ਜੀਵਾਂ ਦਾ ਭਲਾ ਲੋਚਦਾ ਹੋਵੇ, ਧਰਮ ਉਹ ਹੈ ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਦੀ ਇਸ ਸ੍ਰਿਸ਼ਟੀ ਦੀ ਸੇਵਾ ਕਰਨੀ ਸਿਖਾਉਂਦਾ ਹੋਵੇ। ਪਰ ਕਹਿੰਦੇ ਇਹ ਤਾਂ ਧਰਮ ਨਹੀਂ ਨਾ, ਇਹ ਤਾਂ ਜ਼ਬਰਦਸਤੀ ਹੈ, ਤੂੰ ਇਹਨਾਂ ਦੇ ਜੰਜੂ ਲਾਉਣਾ ਪਿਆ। ਤੇ ਮੈਂ ਤੈਨੂੰ ਇੱਕੋ ਗੱਲ ਕਹਿਣਾ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਤੇਗ ਬਹਾਦਰ ਨੂੰ ਤੂੰ ਆਪਣੀ ਈਨ ਮਨਵਾ ਲਵੇਂ, ਇਹ ਸਾਰੇ ਤੇਰੀ ਈਨ ਮੰਨ ਜਾਣਗੇ, ਤੇਰੇ ਧਰਮ ਚ ਆ ਜਾਣਗੇ। ਉਹਨੇ ਬੜਾ ਯਤਨ ਕੀਤਾ। ਉਹਨੇ ਪਹਿਲਾਂ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਨੂੰ, ਭਾਈ ਮਤੀ ਦਾਸ ਜੀ ਨੂੰ ਆਰੇ ਚ ਚੀਰਿਆ ਗਿਆ, ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਨੂੰ ਰੂਹ ਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ ਚ ਉਬਾਲ ਦਿੱਤਾ ਗਿਆ। ਕਹਿੰਦੇ ਹੁਣ ਤੇਰੇ ਸਿੱਖ ਤੇਰੇ ਸਾਹਮਣੇ ਵੇਖ ਕਿਹੋ ਜੀ ਹਾਲਤ ਪਏ ਨੇ। ਇੱਕ ਦੋ ਫਾੜ ਹੋਇਆ ਪਿਆ ਹੈ, ਇੱਕ ਦਾ ਸਰੀਰ ਅੱਧ ਸੜਿਆ, ਹੱਡੀਆਂ ਦਿਸ ਰਹੀਆਂ ਨੇ, ਇੱਕ ਦੇ ਸਰੀਰ ਦੇ ਉੱਪਰ ਮਾਸ ਫੁੱਲ ਚੁੱਕਾ ਏ। ਹੁਣ ਦੱਸ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਹੁਣ ਦੱਸ, ਤੇਰੇ ਜਿਹੜਾ ਪਿੰਜਰਾ ਬਣਾਇਆ ਹੋਇਆ ਇਹਦੇ ਵਿੱਚ ਤੂੰ ਬੈਠ ਨਹੀਂ ਸਕਦਾ, ਕਿ ਇਹਨੂੰ ਖੜੇ ਖਲੋਤੇ ਨੂੰ ਤੂੰ ਸਾਹ ਵੀ ਸਿੱਧੀ ਤਰ੍ਹਾਂ ਪਾਸਾ ਵੀ ਨਹੀਂ ਵੱਟ ਸਕਦਾ, ਕਿਉਂਕਿ ਉਸ ਪਿੰਜਰੇ ਦੇ ਆਲੇ ਦੁਆਲੇ ਛੁਰੀਆਂ ਲਾਈਆਂ ਗਈਆਂ ਸਨ ਵਿੱਚ। ਹੁਣ ਦੱਸ, ਤੈਨੂੰ ਅਜੇ ਵੀ ਤੂੰ ਕਬੂਲ ਕਰਦਾ ਨਹੀਂ ਹੈ ਮੇਰੇ ਧਰਮ ਨੂੰ?
ਅਜੇ ਵੀ ਤੂੰ ਜੰਨੂ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰੇਂਗਾ? ਗੁਰੂ ਤੇਗ ਬਹਾਦਰ ਸਾਹਿਬ ਜੀ, ਬਿਲਕੁਲ ਮੈਂ ਆਪਣੇ ਆਪ ਨੂੰ ਕੁਰਬਾਨ ਕਰਾਂਗਾ। ਤੇ ਕਹਿੰਦੇ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ, ਇਹੀ 22 ਧਾਰ ਦੇ ਰਾਜੇ ਜਦੋਂ ਆਨੰਦਪੁਰ ਸਾਹਿਬ ਜੀ ਦੇ ਵਿੱਚ ਕਿਲੇ ਦੇ ਵਿੱਚ ਨਗਾਰਾ ਵੱਜਣਾ ਨਾ, ਇਹਨਾਂ ਨੇ ਉੱਠ ਕੇ ਤੇ ਸਿੱਧਾ ਔਰੰਗਜ਼ੇਬ ਦੇ ਕੋਲ ਭੱਜ ਕੇ ਆਉਣਾ। ਔਰੰਗਜ਼ੇਬ ਦੇ ਕੋਲ ਆ ਕੇ ਕਹਿਣਾ, ਪਤਾ ਕੀ ਕਹਿਣਾ? ਕਹਿੰਦੇ, ਹੇ ਔਰੰਗਜ਼ੇਬ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਜ਼ਾਦੀ ਦਾ ਜਿਹੜਾ ਸੂਚਕ ਹੈ, ਆਜ਼ਾਦੀ ਜਿਹੜੀ ਦੱਸਦਾ ਹੈ ਵੀ ਇਹ ਆਜ਼ਾਦ ਹੈ, ਉਹ ਨਗਾਰਾ ਸਾਡੇ ਕੰਨਾਂ ਦੇ ਵਿੱਚ ਪੈਂਦਾ ਹੈ। ਅਸੀਂ ਚਾਹੁੰਦੇ ਹਾਂ ਉਹ ਨਗਾਰਾ ਬੰਦ ਕਰ ਦਿੱਤਾ ਜਾਵੇ। ਜਿਹੜਾ ਜਕਾਰਾ ਛੱਡਿਆ ਜਾਂਦਾ, ਅਸੀਂ ਚਾਹੁੰਦੇ ਹਾਂ ਉਹ ਜਕਾਰਾ ਬੰਦ ਕਰ ਦਿੱਤਾ ਜਾਵੇ। ਔਰੰਗਜ਼ੇਬ ਨੇ ਫਿਰ ਵਜ਼ੀਰ ਖਾਂ ਵਰਗਿਆਂ ਨੂੰ, ਹੋਰਨਾਂ ਨੂੰ ਆਖਿਆ ਵੀ ਜਾਓ ਇਹ ਬੰਦ ਕਰਾ ਕੇ ਆਓ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਗਾਰੇ ਵੀ ਵੱਜਣਗੇ, ਜਕਾਰੇ ਵੀ ਲੱਗਣਗੇ, ਇਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੋਈ ਸਾਨੂੰ ਆਜ਼ਾਦੀ ਹੈ। ਇਸ ਕਰਕੇ ਇਸ ਕੋਈ ਜ਼ਬਰਦਸਤੀ ਦੇ ਨਾਲ ਤੁਸੀਂ ਕਰਕੇ ਵੇਖ ਲਿਆ ਨਾ, ਸਾਡੇ ਪਿਤਾ ਨੂੰ ਮਨਾ ਕੇ ਦੇਖ ਲਿਆ ਨਾ, ਈਣ ਕਰਕੇ ਦੇਖਿਆ ਨਾ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਪਰ ਉਹਨਾਂ ਨੇ ਈਨ ਨਹੀਂ ਤੇਰੀ ਕਬੂਲੀ। ਸੋ ਉਹਨਾਂ ਦੇ ਪੁੱਤਰ ਨੂੰ ਤੂੰ ਕਹਿਣਾ, ਉਹਨਾਂ ਦੇ ਸਿੱਖਾਂ ਨੂੰ ਤੂੰ ਕਹਿਣਾ ਵੀ ਇਹ ਧਰਮ ਛੱਡ ਦਿਓ, ਨਗਾਰੇ ਵਜਾਉਣੇ ਬੰਦ ਕਰ ਦਿਓ, ਇਦਾਂ ਨਹੀਂ ਹੋ ਸਕਦਾ। ਸੋ ਇਹਨਾਂ ਨੇ ਕੀ ਕੀਤਾ, ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਕਈ ਸਮਾਂ ਘੇਰਾ ਪਾ ਛੱਡਿਆ। ਹਾਰ ਕੇ ਫਿਰ ਇਹਨਾਂ ਨੇ ਕੀ ਕੀਤਾ, ਇਕਨਾਂ ਨੇ ਆਪਣੀਆਂ ਕੁਰਾਨ ਦੀਆਂ ਉਹ ਲੈ ਕੇ ਆਂਦੀ, ਇਕਨਾਂ ਨੇ ਗਊ ਆਟੇ ਦੀ ਬਣਾ ਕੇ ਲੈ ਕੇ ਆਂਦੀ, ਤੇ ਕਹਿੰਦੇ ਨੇ ਇਹਨਾਂ ਨੇ ਫਿਰ ਉਪਕਾਰ ਵਸਾਰ ਦਿੱਤੇ ਗੁਰੂ ਸਾਹਿਬ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਅਕਿਰਤ ਘਣਾ ਵਾਲਾ ਕੰਮ ਕੀਤਾ, ਜਿਹਨੂੰ ਧਰਤੀ ਵੀ ਜਿਹਦਾ ਭਾਰ ਨਹੀਂ ਚੱਲਦੀ, ਫਿਰ ਇਹਨਾਂ ਨੇ ਉਹ ਕੰਮ ਕੀਤਾ। ਭਾਰੇ ਭੂਈ ਅਕਿਰਤ ਕਣ ਮੰਦੀ ਹੋ ਮੰਦੇ, ਇਹਨਾਂ ਨੇ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਪਕਾਰ ਵਿਸਾਰ ਦਿੱਤੇ। ਔਰ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਘੇਰਾ ਪਾ ਕੇ ਇਹਨਾਂ ਨੇ ਸਹੁੰਆਂ ਖਾਧੀਆਂ ਵੀ ਸਾਨੂੰ ਗਊ ਮਾਤਾ ਦੀ ਸਹੁੰ ਲੱਗੇ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨਾ ਜਾਈ। ਕਹਿੰਦੇ ਨੇ ਗੋਬਰ ਨੇ ਨਹੀਂ ਤਾਰਨਾ ਤੁਹਾਨੂੰ, ਆ ਗੋਬਰ ਨੂੰ ਲੇਪਣ ਕਰਦੇ ਨਾ, ਗੋਬਰ ਨੇ ਥੋੜਾ ਤਾਰਨਾ ਤੁਹਾਨੂੰ। ਗੋਬਰ ਤਰਨਾ ਜਾਈ, ਧੋਤੀ ਟਿੱਕਾ ਚੈਬ ਤੈ ਜਪ ਮਾਲੀ, ਧਾਨ ਮਲੇਛਾ ਖਾਈ। ਕਹਿੰਦੇ ਨੇ ਧੋਤੀ ਟਿੱਕਾ ਤਾਂ ਤੁਸੀਂ ਹਿੰਦੂਆਂ ਵਾਲਾ ਪਾਇਆ, ਤੇ ਆ ਜਿਹੜਾ ਧਨ ਲੈਂਦੇ ਨਾ ਮਲੇਛਾਂ ਤੋਂ, ਇਹ ਸ਼ੋਭਾ ਵਾਲਾ ਕੰਮ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਸੀ। ਤੇ ਕਹਿੰਦੇ ਫਿਰ ਇਸ ਤਰੀਕੇ ਦੇ ਨਾਲ ਜਦੋਂ ਹੋਇਆ, ਸਹੁੰਆਂ ਖਾਧੀਆਂ ਗਈਆਂ। ਕਹਿੰਦੇ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ, ਜਿੱਧਰ ਨੂੰ ਤੁਸੀਂ ਜਾਓ ਚਾਹੋਗੇ, ਅਸੀਂ ਤੁਹਾਡੀ ਪਿੱਠ ਵੱਲ ਨਹੀਂ ਵੇਖਦੇ। ਫਿਰ ਹਮਲਾ ਕਰ ਦਿੱਤਾ ਪਿੱਛੋਂ, ਸਰਸਾ ਨਦੀ ਦੇ ਪਿੱਛੇ ਹਮਲਾ ਕਰ ਦਿੱਤਾ। ਉੱਥੋਂ ਦੀ ਗੱਲ ਛੱਡੋ, ਅੱਗੇ ਸੁੱਚਾ ਆਨੰਦ ਮਿਲਦਾ ਜਾ ਕੇ ਕਹਿੰਦਾ ਸੱਪ ਦੇ ਬੱਚੇ ਸੱਪ ਹੀ ਹੁੰਦੇ, ਇਹਨਾਂ ਨੂੰ ਖਤਮ ਕਰ ਦਿਓ। ਇਸ ਤਰੀਕੇ ਦੇ ਨਾਲ ਕਰਕੇ ਇਹਨਾਂ ਨੇ ਇੱਕ ਕਿਰਤ ਘਣਾ ਵਾਲਾ ਕੰਮ ਕੀਤਾ। ਤੇ ਮਹਾਰਾਜ ਕਹਿੰਦੇ ਨੇ, ਅੰਧਕੂਪ ਮੈਂ ਪਤ ਬਿਕਰਾਲ, ਇਹ ਬੰਦਾ ਪਤਤਾਂ ਵਾਲੇ ਕੰਮ ਕਰਦਾ ਰਿਹਾ। ਹਨੇਰੇ ਦੇ ਵਿੱਚ ਖੂਹ ਦੇ ਵਿੱਚ ਡਿੱਗਾ, ਨਾਨਕ ਕਾਢ ਲਿਓ ਪ੍ਰਭ ਦਿਆਲ। ਇਸ ਕਰਕੇ ਇਸ ਡਿੱਗੇ ਹੋਏ ਨੂੰ ਬਚਾ ਲੈਣਾ। ਹੇ ਵਾਹਿਗੁਰੂ ਤੇਰੇ ਅੱਗੇ ਅਰਦਾਸ, ਇਹ ਤਾਂ ਕਿਰਤ ਘਣ ਹੋ ਹੀ ਚੁੱਕਾ ਹੈ, ਪਰ ਤੁਸੀਂ ਆਪ ਹੀ ਕਿਰਪਾ ਕਰਕੇ ਇਹਨਾਂ ਨੂੰ ਬਖਸ਼ ਲਿਓ। ਗੁਰੂ ਸਾਹਿਬ ਸਭ ਜੀਵਾਂ ਦੇ ਉੱਪਰ ਕਿਰਪਾ ਕਰਨ, ਸਭ ਨੂੰ ਮਿਹਰਾਮਤ ਭਰਿਆ ਹੱਥ ਰੱਖ ਕੇ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜਨ ਜੀ। ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਵਾਹਿਗੁਰੂ।